ਇੱਕ ਸਕੂਲ ਹੈ ਪਿੰਡ ਦੇ ਵਿੱਚ, ਇੱਥੇ ਸ਼ਹਿਰ ਵਿੱਚ ਤੁਹਾਨੂੰ ਮਿਲੇਗਾ ਇੱਕ ਕਮਰੇ ਵਿੱਚ ਸਮਾਰਟ ਕਾਰਡ ਸਿਸਟਮ ਲਵਾ ਕੇ ਕਹਿ ਦਿੰਦੇ ਨੇ ਸਾਡੇ ਸਮਾਰਟ ਕਾਰਡ ਸਿਸਟਮ ਹੈ। ਸਾਡੇ 100% ਕਮਰੇ 'ਚ ਸਮਾਰਟ ਕਾਰਡ ਲੇਟੈਸਟ ਟੈਕਨੋਲੋਜੀ ਦੀ ਐਜੂਕੇਸ਼ਨ ਦਿੰਦੇ ਆ। ਕੁਆਲਿਟੀ ਐਜੂਕੇਸ਼ਨ ਸਾਡਾ ਪੂਰਾ ਜ਼ੋਰ ਹੈ। ਇੱਕ ਤਾਂ ਇਹ ਅਸੀਂ ਕਲੇਮ ਕਰਦੇ ਹਾਂ ਵੀ ਉਸ ਸਕੂਲ ਜਿਹੜੇ ਬੱਚੇ ਪੜ੍ਹਦੇ ਨੇ ਉਹ ਨਕਲ ਨੂੰ ਨਫ਼ਰਤ ਕਰਦੇ ਨੇ, ਨਕਲ ਕਰਨਾ ਤਾਂ ਦੂਰ, ਨਫ਼ਰਤ ਕਰਦੇ ਨੇ। ਅਸ਼ਵਨੀ ਕੁਮਾਰ ਕੇ ਕੀ ਉਹ ਜਿਹੜੇ ਮੈਂਬਰ ਰਾਜ ਸਭਾ ਰਹੇ ਨੇ ਬੀਜੇਪੀ ਦੇ, ਉਹਨਾਂ ਨੂੰ ਮੈਂ ਸਮਰਾਲੇ ਕਾਲਜ ਦਾ ਪ੍ਰਧਾਨ ਹਾਂ। ਉੱਥੇ ਮੈਂ ਕਾਲਜ 'ਚ ਬੁਲਾਇਆ, ਦੁਪਹਿਰ ਤੋਂ ਬਾਅਦ ਫੰਕਸ਼ਨ ਸੀ, ਸਵੇਰੇ ਮੇਰੇ ਕੋਲ ਆ ਕੇ ਘਰੇ, ਮੈਂ ਤੇਰਾ ਸਕੂਲ ਦੇਖਣਾ। ਜਿਹੜੇ ਸਵਾਲ ਬੱਚੇ ਉਹਨੂੰ ਕਰ ਰਹੇ ਸੀ, ਉਹ ਸਵਾਲ ਸੁਣ ਕੇ ਮੈਂ ਦੰਗ ਰਹਿ ਗਿਆ ਵੀ ਹੈ ਸਾਡੇ ਪਿੰਡਾਂ ਦੇ ਬੱਚੇ ਏਡੇ ਟੈਲੈਂਟਡ ਨੇ, ਐਸੇ ਸਵਾਲ ਕਰਦੇ ਨੇ। ਇੱਕ ਮੈਂਬਰ ਪਾਰਲੀਮੈਂਟ ਨੂੰ ਕਦੀ ਗਿੜ ਪਾਇਆ ਉਹਨਾਂ ਨੇ, ਜਿਹੜਾ ਆਮ ਸਕੂਲਾਂ 'ਚ ਹਟ ਗਿਆ। ਜਦੋਂ ਅਸੀਂ ਪੜ੍ਹਦੇ ਸੀ, ਹਰ ਸਕੂਲ ਦੇ ਵਿੱਚ ਜਿਹੜਾ ਹੈੱਡ ਹੁੰਦਾ ਸੀ ਉਹ ਬੱਚਿਆਂ ਨੂੰ ਲੈਕਚਰ ਦਿੰਦਾ ਹੁੰਦਾ ਸੀ ਸੋਸ਼ਲ ਵੈਲਿਊਜ਼ 'ਤੇ। ਇਹ ਹੁਣ ਸਕੂਲਾਂ 'ਚੋਂ ਹਟ ਗਈ। ਅਸੀਂ ਰਿਸੈਸ ਤੋਂ ਅਗਲਾ ਪੀਰੀਅਡ ਸਾਰੇ ਟੀਚਰਸ ਲਈ ਜ਼ਰੂਰੀ ਹੈ। ਜਿੰਨੀਆਂ ਅਖਬਾਰਾਂ ਆਉਂਦੀਆਂ ਉਹਦੇ ਵਿੱਚੋਂ ਥਾਟ ਫॉर ਟੂਡੇ ਉਹ ਬੱਚਿਆਂ ਨੂੰ ਲਿਖਾਉਣਾ, ਉਹਨੂੰ ਐਕਸਪਲੇਨ ਕਰਨਾ। ਏਡੀ ਵੱਡੀ ਲਾਇਬ੍ਰੇਰੀ ਬਣਾਤੀ, ਬੱਚੇ ਨੂੰ ਦਾਖਲ ਹੁੰਦੇ ਸਾਰ ਕਹਿੰਦੇ 4 ਮਹਿੰਗੀਆਂ ਕਿਤਾਬਾਂ ਉੱਥੋਂ ਜਾ ਕੇ ਇਸ਼ੂ ਕਰਾ ਲੈ ਆਪਣੇ ਨਾਂ ਤੇ, ਸਾਲ ਭਰ ਰੱਖੀ, ਵਰਖਾ ਨਹੀਂ ਪਾਲਣਾ, ਉਹ 'ਤੇ ਕੁਛ ਲਿਖਣਾ ਨਹੀਂ ਤੇ ਸਾਨੂੰ ਬਾਅਦ 'ਚ ਜਮ੍ਹਾਂ ਕਰਾ ਦੇਣੀ ਹੈ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਇਸ ਵਕਤ ਦੇਸ਼ ਪ੍ਰਦੇਸ਼ ਟੀਵੀ ਦੀ ਟੀਮ ਹੈ ਜੀ ਸਰਹੰਦ ਪਹੁੰਚੀ ਹੋਈ ਹੈ। ਪਹਿਲੇ ਆਪਾਂ ਤੁਹਾਨੂੰ ਰਾਜੇਵਾਲ ਸਾਹਿਬ ਦੇ ਘਰ ਲੈ ਕੇ ਗਏ ਸੀਗੇ, ਤੁਹਾਨੂੰ ਦਿਖਾਇਆ ਸੀਗਾ ਰਾਜੇਵਾਲ ਸਾਹਿਬ ਜੀ ਦਾ ਘਰ ਕਿਹੋ ਜਿਹਾ ਹੈਗਾ ਆ, ਕਿਸ ਤਰੀਕੇ ਨਾਲ ਉਹਨੂੰ ਕੁਦਰਤ ਦੇ ਨਾਲ ਜੋੜ ਕੇ ਰੱਖਿਆ ਗਿਆ ਹੈ। ਸਾਰਾ ਕੰਮ ਬੇਬੇ ਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਮਿਲਵਾਇਆ ਸੀਗਾ। ਅੱਜ ਮੇਰੇ ਨਾਲ ਇਸ ਵਕਤ ਮੌਜੂਦ ਨੇ ਬਲਬੀਰ ਸਿੰਘ ਰਾਜੇਵਾਲ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਰਾਜੇਵਾਲ ਸਾਹਿਬ। ਮਿਹਰਬਾਨੀ ਜੀ, ਬਹੁਤ ਬਹੁਤ। ਰਾਜੇਵਾਲ ਸਾਹਿਬ, ਆਪਾਂ ਘਰ ਗਏ ਸੀਗੇ, ਘਰ ਬਹੁਤ ਖੂਬਸੂਰਤ ਲੱਗਾ। ਜਿਸ ਤਰੀਕੇ ਨਾਲ ਉਹਨੂੰ ਕੁਦਰਤ ਦੇ ਨਾਲ ਜੋੜ ਕੇ ਰੱਖਿਆ ਗਿਆ ਘਰ ਨੂੰ, ਸਾਨੂੰ ਪਤਾ ਚੱਲਿਆ ਕਿ ਬੇਬੇ ਪੂਰਾ ਟਾਈਮ ਆਪਣਾ ਉੱਥੇ ਗਾਰਡਨ ਦੇ ਵਿੱਚ ਬਿਤਾਉਂਦੇ ਨੇ। ਤੁਸੀਂ ਕਿੰਨਾ ਕੁ ਟਾਈਮ ਕੁਦਰਤ ਨਾਲ ਆਪਣਾ ਬਿਤਾਉਂਦੇ ਹੋ? ਨਹੀਂ, ਮੈਂ ਆਮ ਤੌਰ 'ਤੇ ਉੱਥੇ ਬੈਠ ਕੇ ਬਾਹਰ ਲਾਨ 'ਚ ਬੈਠ ਕੇ ਪੜ੍ਹ ਲੈਣਾ। ਘਰ ਤਾਂ ਬਹੁਤਾ ਰਹਿ ਨਹੀਂ ਹੁੰਦਾ। ਸਵੇਰੇ ਨਿਕਲ ਜਾਓ, ਰਾਤ ਨੂੰ ਘਰ ਵੜੋ, ਅਤੇ ਫਿਰ ਦਿਨ ਵਿੱਚ ਕਿਹੜਾ ਉਹ ਕੁਦਰਤ ਦੇ ਨਾਲ ਤੁਸੀਂ ਆਪਣੇ ਆਪ ਨੂੰ ਜੋੜ ਸਕੋਗੇ। ਲਾਈਫ ਇਸ ਤਰ੍ਹਾਂ ਦੀ ਹੈ ਭਈ ਬਹੁਤ ਬਿਜ਼ੀ, ਔਰ ਬਾਹਰ ਰਹੀਦਾ। ਘਰ ਤਾਂ ਬਹੁਤ ਘੱਟ, ਕਿਤੇ ਭੁੱਲ ਭੁਲਾ ਕੇ ਕੋਈ ਦਿਨ ਖਾਲੀ ਹੋਣਾ। ਮੈਨੂੰ ਨਹੀਂ ਯਾਦ ਆ ਰਿਹਾ ਕੋਈ ਦਿਨ ਖਾਲੀ ਹੋਵੇ ਜਿੱਦਣ ਮੈਂ ਘਰ ਰਿਹਾ ਹੋਵਾਂ। ਜੇ ਘਰ ਰਹੀਦਾ ਵੀ ਇੱਦਾਂ ਲੱਗਦਾ ਜਿਵੇਂ ਕੁਛ ਖੋ ਗਿਆ ਹੁੰਦਾ। ਇਸ ਕਰਕੇ ਲਾਈਫ ਇੱਦਾਂ ਦੀ ਹੈ, ਘਰ ਰਹਿ ਨਹੀਂ ਹੁੰਦਾ। ਰਾਜੇਵਾਲ ਸਾਹਿਬ, ਅਗਰ ਦੇਖਿਆ ਜਾਵੇ, ਤੁਸੀਂ ਕਦ ਜਥੇਬੰਦੀ ਨੂੰ ਆ ਕੇ ਜੁਆਇਨ ਕਰ ਲਿਆ ਸੀਗਾ ਤੇ ਕਦ ਤੋਂ ਕਿਸਾਨਾਂ ਨੂੰ ਆਪਣਾ ਪੂਰਾ ਸਮੇਂ ਦੇਣਾ ਸ਼ੁਰੂ ਕਰ ਦਿੱਤਾ? ਇਹ ਅਸਲ 'ਚ 1971 ਦੀ ਗੱਲ ਹੈ। ਮੈਂ ਕੋਈ ਪੋਲੀਟੀਕਲ ਪਰਿਵਾਰ 'ਚੋਂ ਤਾਂ ਹੈ ਨਹੀਂ, ਅਤੇ ਪੜ੍ਹ ਕੇ ਨਿਕਲੇ ਸੀ ਤਾਂ ਉਦੋਂ 1971 'ਚ ਕਣਕ ਦਾ ਭਾਅ 76 ਰੁਪਏ ਹੁੰਦਾ ਸੀ। 1972 ਵਾਸਤੇ ਭਾਅ ਅਨਾਊਂਸ ਹੋਇਆ ਨਵੰਬਰ ਮਹੀਨੇ 'ਚ, ਅਤੇ ਇੰਦਰਾ ਗਾਂਧੀ ਦੀ ਸਰਕਾਰ ਸੀ। ਉਹਨੇ ਐਲਾਨ ਕਰਤਾ ਵੀ 5 ਰੁਪਏ ਘੱਟ ਭਾਅ ਮਿਲਣਾ ਪਿਛਲੇ ਸਾਲ ਨਾਲੋਂ। ਆਪ ਮੁਹਾਰਾ ਵਿਰੋਧ ਹੋ ਗਿਆ। ਤੋ ਐਡਾ ਵਿਰੋਧ ਹੋਇਆ ਵੀ ਉਹਦੇ ਵਿੱਚ ਅਸੀਂ ਜਿਹੜੇ 5-7 ਇਕੱਠੇ ਪੜ੍ਹਦੇ ਸੀ, ਉਦੋਂ 100 ਰੁਪਈਆ ਬਹੁਤ ਹੁੰਦਾ ਸੀ। 100 ਰੁਪਇਆ ਅਸੀਂ ਇਕੱਠਾ ਕੀਤਾ। ਆਵੇ ਕਿਸੇ ਨੂੰ ਕੁਛ ਨਾ, ਅਸੀਂ ਇੱਕ ਮੁਨਾਦੀ ਕਰਨ ਵਾਲੇ ਨੂੰ ਦਿਹਾੜੀ 'ਤੇ ਪੈਸੇ ਦਿੱਤੇ, ਸਪੀਕਰ ਬਣ ਕੇ ਪਿੰਡਾਂ 'ਚ ਤੋਰਤਾ, ਇਕੱਠ ਕਰ ਲਿਆ। ਇਕੱਠ ਹੋ ਗਿਆ ਬਹੁਤ ਵੱਡਾ। ਪਰ ਇਕੱਠ ਤੋਂ ਪਹਿਲਾਂ ਸਾਨੂੰ 2 ਦਿਨ ਪਹਿਲਾਂ ਹੋਸ਼ ਆਈ ਵੀ ਅਸੀਂ ਤਾਂ ਕੀ ਕਰਾਂਗੇ, ਬੋਲਣਾ ਨਹੀਂ ਕਿਸੇ ਨੂੰ ਆਉਂਦਾ। ਅਸੀਂ ਇੱਥੇ ਸਰ ਸਿਮਰਜੀਤ ਸਿੰਘ ਮਾਨ ਦੇ ਫਾਦਰ ਸੀ, ਉਹਨਾਂ ਕੋਲ ਆਏ। ਉਹ ਡਿਪਟੀ ਸਪੀਕਰ ਰਹੇ ਸੀਗੇ ਪੰਜਾਬ ਵਿਧਾਨ ਸਭਾ 'ਚ। ਅਸੀਂ ਉਹਨਾਂ ਨੂੰ ਆ ਕੇ ਦੱਸਿਆ ਜੀ ਅਸੀਂ ਆਹ ਕੰਮ ਕਰ ਰਹੇ ਹਾਂ ਅਤੇ ਤੁਸੀਂ ਉੱਥੇ ਆਓ। ਬੜੇ ਖੁਸ਼ ਹੋਏ, ਕਹਿੰਦੇ ਬਹੁਤ ਜ਼ਰੂਰ ਸੀ, ਤੁਸੀਂ ਠੀਕ ਕੰਮ ਕੀਤਾ। ਅਤੇ ਉੱਥੋਂ ਜਦੋਂ ਅਸੀਂ ਬਾਹਰ ਨਿਕਲੇ, ਉਹਨਾਂ ਦੇ ਹਾਂ ਕਹਿਣ ਤੋਂ ਬਾਅਦ ਅਸੀਂ ਫੇਰ ਸੋਚੀ ਪੈ ਗਏ ਵੀ ਇਹ ਤਾਂ ਆ ਜਾਣਗੇ, ਸਾਡੇ ਕੋਲ ਤਾਂ ਕੋਈ ਭਾਸ਼ਣ ਦੇਣ ਵਾਲਾ ਹੀ ਨਹੀਂ ਹੈ। ਅਸੀਂ ਫੇਰ ਗਏ ਜੀ ਵੀ ਸਾਡੇ ਕੋਲ ਭਾਸ਼ਣ ਦੇਣ ਵਾਲਾ ਕੋਈ ਨਹੀਂ, ਤੁਸੀਂ 4 ਬੰਦੇ ਭਾਸ਼ਣ ਦੇਣ ਵਾਲੇ ਵੀ ਲਿਆਇਓ। ਉਹ ਬੜੇ ਹੱਸੇ। ਫਿਰ ਜਦੋਂ ਫੇਰ ਬਾਹਰ ਆ ਕੇ ਫੇਰ ਸੋਚਿਆ ਵੀ ਸਾਡੇ ਕੋਲ ਤਾਂ ਸਟੇਜ ਚਲਾਉਣ ਵਾਲਾ ਵੀ ਨਹੀਂ। ਅਸੀਂ ਫੇਰ ਤੀਜੀ ਵਾਰੀ ਗਏ ਵੀ ਸਾਰ ਸਾਹਿਬ ਸਾਡੇ ਕੋਲ ਤਾਂ ਕੋਈ ਸਟੇਜ ਚਲਾਉਣ ਵਾਲਾ ਵੀ ਨਹੀਂ, ਸਟੇਜ ਸੈਕਟਰੀ ਲਿਆਇਓ ਕੋਈ। ਉਹ ਹੋਰ ਬਹੁਤ ਹੱਸੇ, ਕਹਿੰਦੇ ਯਾਰ ਕਮਾਲ ਦੇ ਬੰਦੇ ਹੋ। ਸਟੇਜ ਸੈਕਟਰੀ ਵੀ ਉਹ ਲੈ ਕੇ ਗਏ, ਭਾਸ਼ਣ ਦੇਣ ਵਾਲੇ ਵੀ ਉਹ ਲੈ ਕੇ ਗਏ। ਬੜੀ ਵੱਡੀ ਰੈਲੀ ਹੋਈ ਖੰਨੇ 'ਚ,
ਤੇ ਉੱਥੇ ਇੱਕ ਅਨਪੜ੍ਹ ਕਿਸਾਨ ਨੇ, ਹੁਣ ਵੀ ਹੈਗੇ, ਉਹ ਕਾਫੀ ਲੰਬੀ ਉਮਰ ਹੋ ਗਈ, ਉਹਨਾਂ ਨੇ ਮਾਈਕ ਫੜ ਕੇ ਉਈਓ ਇੱਕ ਕਾਲ ਦੇਤੀ, ਉਹ ਜੱਟੋ ਜਿਹਦੇ ਘਰ ਟਰੈਕਟਰ ਹੈ, ਜੱਟ ਦਾ ਪੁੱਤ ਨਹੀਂ ਜੇ ਭਰ ਕੇ ਟਰਾਲੀ ਨਾ ਲਿਆ, ਫਲਾਣੇ ਦਿਨ ਚੰਡੀਗੜ੍ਹ ਚੱਲੋ। ਐਡਾ ਵੱਡਾ ਜਲੂਸ ਚੰਡੀਗੜ੍ਹ, ਭਲੇ ਦਿਨ ਸੀ ਉਦੋਂ, ਸੈਕਟਰੀਏਟ ਤੱਕ ਪਹੁੰਚ ਗਏ। ਤੇ ਸੈਕਟਰੀਏਟ ਦੇ ਜਿੱਥੇ ਫਲੈਗ ਪੋਸਟ ਹੈ ਉੱਥੇ ਖੜੇ ਆ, ਤੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ, ਨਾਅਰੇ ਮਾਰੀ ਜਾਣ, ਸਰਕਾਰ ਮੁਰਦਾਬਾਦ, ਹੋਰ ਨਾਅਰਾ ਬਣਾਵੇ। ਉੱਪਰੋਂ ਬਹੁਤ ਦੇਰ ਬਾਅਦ ਕੈਪਟਨ ਰਤਨ ਸਿੰਘ ਐਗਰੀਕਲਚਰ ਮਿਨਿਸਟਰ ਸੀ, ਉਹ ਆਏ ਹੇਠਾਂ, ਉਹ ਆ ਕੇ ਕਹਿੰਦੇ ਮੁੰਡਿਓ ਦੱਸੋ ਕਿਹਨੂੰ ਮਿਲਣਾ ਹੈ। ਅਸੀਂ ਕਿਹਾ ਚੀਫ ਮਿਨਿਸਟਰ ਆਵੇ। ਉਹ ਚੀਫ ਮਿਨਿਸਟਰ ਉੱਪਰ ਬੈਠਾ ਡਰੀ ਜਾਏ ਵੀ ਐਡੀ ਅਨਰੂਲੀ ਪਬਲਿਕ ਆਈ ਹੈ, ਇਹ ਪਤਾ ਨਹੀਂ ਕੌਣ ਨੇ ਕੀ ਕਰ ਦੇਣਗੇ। ਤੇ ਉਹ ਕਹਿੰਦਾ ਕੋਈ ਮੈਮੋਰੰਡਮ ਲਿਖਿਆ ਸੀ, ਉਹ ਕੀ ਹੁੰਦਾ, ਸਾਨੂੰ ਉਹ ਵੀ ਨਹੀਂ ਸੀ ਪਤਾ। ਉਹਨੇ ਕਾਗਜ਼ ਲਿਆਂਦਾ, ਕਹਿੰਦਾ ਲਿਖੋ। ਅਸੀਂ ਕਿ ਸਾਨੂੰ ਤਾਂ ਉਹਦਾ ਨਹੀਂ ਲਿਖਣਾ। ਮੈਮੋਰੰਡਮ ਵੀ ਉਹਨੇ ਲਿਖ ਲਿਆ। ਅਸੀਂ ਕਿਹਾ ਸਾਡਾ ਤਾਂ ਕਣਕ ਦੇ ਭਾਅ ਦਾ ਰੌਲਾ ਹੈ। ਉਹ ਲਿਖ ਕੇ ਕਹਿੰਦਾ 5 ਬੰਦੇ ਆ ਜਾਓ, ਮੁੱਖ ਮੰਤਰੀ ਨੂੰ ਦੇ ਦਿਓ। ਅਸੀਂ ਕਿਹੜੇ 5, ਸਾਡੇ ਤਾਂ ਕੋਈ ਲੀਡਰ ਹੀ ਨਹੀਂ। ਤਾਂ ਇਸ ਤਰ੍ਹਾਂ ਅਸੀਂ ਗਿਆਨੀ ਜੀ ਆਏ, ਮੈਮੋਰੰਡਮ ਲੈ ਗਏ। ਉਦੋਂ ਵੀ ਬੜਾ ਕੁਛ, ਉਹ ਸਾਦਾ ਸਿੰਘ ਨੇ ਬੜਾ ਸਖਤ ਸ਼ਬਦਾਂ 'ਚ ਚੀਫ ਮਿਨਿਸਟਰ ਨੂੰ 5 ਮਿੰਟ ਦਾ ਟਾਈਮ ਦਿੱਤਾ ਵੀ ਆ ਜਾ 5 ਮਿੰਟਾਂ 'ਚ, ਨਹੀਂ ਤੇਰੀ ਸੈਕਟਰੀਏਟ ਜਿਹੜੀ ਇਹਦੀ ਇੰਟਰਨੈਟ ਖੜਕਾ ਦਾਂਗੇ। ਭਾਜੜ ਜੀ ਪੈ ਗਈ। ਤੇ ਮੁੱਖ ਮੰਤਰੀ ਆਇਆ, ਮੈਮੋਰੰਡਮ ਲੈ ਗਿਆ, ਇਹ ਕਹਿ ਗਿਆ ਵੀ ਮੇਰੇ ਹੱਥ 'ਚ ਤਾਂ ਕੁਛ ਨਹੀਂ, ਸਰਕਾਰ ਨੂੰ ਭੇਜ ਦਾਂਗੇ। ਖੈਰ ਉੱਥੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਜਿਹੜੀਆਂ ਮਾਂਗਟ ਬਲਾਕ 'ਚ ਇੱਕ ਜਥੇਬੰਦੀ ਬਣੀ, ਇੱਕ ਬਠਿੰਡੇ 'ਚ ਬਣੀ, ਇੱਕ ਅੰਮ੍ਰਿਤਸਰ 'ਚ ਬਣੀ। ਉਹਨਾਂ ਨੂੰ ਤਾਲਮੇਲ ਕਰਕੇ ਇਕੱਠੇ ਕੀਤਾ, ਫਿਰ ਖੇਤੀਬਾੜੀ ਯੂਨੀਅਨ ਬਣੀ। ਇਸ ਤਰ੍ਹਾਂ ਸਫ਼ਰ ਚੱਲਦਾ ਰਿਹਾ। ਫਿਰ ਤੇ ਕਦੀ ਕੋਈ, ਜਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਵਾਸਤੇ ਇੰਨਾ ਕੰਮ ਕੀਤਾ, ਕਦੀ ਕੋਈ ਔਖ ਹੋਵੇ ਜਿਹੜੀ ਤੁਹਾਨੂੰ ਲੱਗੀ ਹੋਵੇ ਕਿ ਸੱਚੀ 'ਚ ਇਹ ਔਖ ਸੀ, ਇਹ ਔਖੀ ਘੜੀ ਅਸੀਂ ਲੰਘ ਕੇ ਆਏ ਹਾਂ? ਨਹੀਂ, ਇਸ ਤਰ੍ਹਾਂ ਤਾਂ ਨਹੀਂ ਹਰ ਵਾਰੀ। ਵੈਸੇ ਇੱਕ ਜ਼ਰੂਰ ਹੁੰਦਾ ਹੈ, ਜਦੋਂ ਇਹ ਤਜਰਬਾ ਹੋ ਗਿਆ ਜਿਹੜਾ ਹੁਣ ਵੀ ਹੈ, ਜਦੋਂ ਕੋਈ ਅੰਦੋਲਨ ਪੀਕ 'ਤੇ ਚਲਾ ਜਾਂਦਾ ਸੀ, ਫਿਰ ਕੁਛ ਐਸੇ ਬੰਦੇ ਆ ਜਾਂਦੇ ਸੀ ਜਿਨ੍ਹਾਂ ਨੇ ਕੀਤਾ ਕੱਖ ਨਹੀਂ ਸੀ ਹੁੰਦਾ। ਉਹ ਕਹਿੰਦੇ ਸੀ ਬਈ ਸ਼ਰਾਰਤ ਕੋਈ ਕਰਕੇ ਇਹਨਾਂ ਨੂੰ ਥੜਕਾਈਏ। ਉਹ ਬੜਾ ਔਖਾ ਸਮਾਂ ਹੁੰਦਾ ਹੈ। ਜਦ ਤੁਸੀਂ ਮਿਹਨਤ ਕਰਕੇ ਸਭ ਕੁਝ ਖੜਾ ਕੀਤਾ ਹੋਵੇ, ਇੱਕ ਬੰਦੇ ਨੇ ਕੀਤਾ ਕੱਖ ਨਹੀਂ, ਉਹ ਆ ਕੇ ਚੌਧਰੀ ਬਣਨ ਦੀ ਕੋਸ਼ਿਸ਼ ਕਰੇ ਤੇ ਫਿਰ ਉਹ ਕਹੇ ਵੀ ਤੁਹਾਡਾ ਅੰਦੋਲਨ ਲੀਹੋਂ ਲਾ ਦੇਣਾ। ਇਹੀ ਔਖ ਹੁੰਦੀ ਹੈ ਸਭ ਤੋਂ। ਇਹ ਸਾਰੇ ਅੰਦੋਲਨ 'ਚ ਹੁੰਦਾ ਹੈ। ਤੇ ਰਾਜਵਲ ਸਾਹਿਬ, ਅਗਰ ਇਸ ਅੰਦੋਲਨ ਦੀ ਗੱਲ ਕੀਤੀ ਜਾਵੇ, ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਜਿਹੜਾ ਇਸ ਵਕਤ ਚੱਲ ਰਿਹਾ ਆ ਬਾਰਡਰਾਂ ਉੱਤੇ, ਇਹਨਾਂ ਨੇ ਨੌਜਵਾਨਾਂ ਦੀ ਸੋਚ ਨੂੰ ਬਦਲ ਦਿੱਤਾ, ਨੌਜਵਾਨਾਂ ਨੂੰ ਸਭ ਤੋਂ ਅੱਗੇ ਖੜਾ ਕਰ ਦਿੱਤਾ। ਇੱਥੇ ਸੈਕਰੀਫਾਈਸ ਕਰਨ ਨੂੰ ਨੌਜਵਾਨ ਸਭ ਤੋਂ ਅੱਗੇ ਖੜੇ ਨੇ। ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਦੇਖੋ, ਗੱਲ ਇਹ ਆ ਵੀ ਸਾਡੇ ਦੇਸ਼ ਵਿੱਚ ਜਿਸ ਤਰ੍ਹਾਂ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ, ਉਹ 20 ਸਾਲ 50 ਸਾਲ ਅੱਗੇ ਦੀ ਸੋਚਣ, ਇਹਨੂੰ ਵਿਜ਼ਨ ਕਹਿੰਦੇ ਨੇ। ਇੱਥੇ ਇਹੋ ਜਿਹੇ ਲੋਕ ਰਾਜ ਭਾਗ 'ਚ ਆਉਂਦੇ ਰਹੇ ਜਿਨ੍ਹਾਂ ਦੀ ਜਾਂ ਤਾਂ ਵਿਜ਼ਨ ਨਹੀਂ ਸੀ ਜਾਂ ਫਿਰ ਸਿਸਟਮ ਬਦਲ ਗਿਆ। ਸਿਸਟਮ ਤੋੜਤਾ ਉਹਨਾਂ ਨੇ। ਸੇਵਾ ਭਾਵਨਾ ਪੋਲੀਟਿਕਸ ਦੇ ਅੰਦਰੋਂ ਪਹਿਲੀ ਪੀੜ੍ਹੀ ਜਿਹੜੀ ਜਿਨ੍ਹਾਂ ਨੇ ਜੇਲ੍ਹਾਂ ਕੱਟ ਕੇ ਦੇਸ਼ ਆਜ਼ਾਦ ਕਰਾਇਆ, ਉਹ ਤੋਂ ਬਾਅਦ ਜਿਹੜਾ ਕਰੈਕਟਰ ਸੀਗਾ ਪੋਲੀਟੀਸ਼ੀਅਨ ਦਾ, ਉਹ ਬਦਲ ਗਿਆ। ਪੋਲੀਟੀਸ਼ੀਅਨ ਆ ਗਏ, ਇਹਨੂੰ ਫਿਰ ਸੇਵਾ ਦੀ ਬਜਾਏ ਵਪਾਰ ਵਜੋਂ ਲੈ ਲਿਆ। ਪਹਿਲਾਂ ਦੇ ਇਨਵੈਸਟ ਫਸਟ ਐਂਡ ਦੈਨ ਅਰਨ। ਪੈਸੇ ਖਰਚ ਕਰਦੇ ਨੇ ਔਰ ਫਿਰ ਲੋਕਾਂ ਨੂੰ ਉਹ ਆਪਣਾ ਵੋਟ ਬੈਂਕ ਮੰਨ ਕੇ, ਜਿਵੇਂ ਭੇਡਾਂ ਬੱਕਰੀਆਂ ਦੀ ਖਰੀਦ ਹੁੰਦੀ ਹੈ, ਇੱਦਾਂ ਕਰਨ ਲੱਗ ਪਏ। ਪਿੰਡਾਂ 'ਚ ਧੜੇਬਾਜ਼ੀ, ਇਸ ਸਰਕਾਰਾਂ ਤੋਂ ਇਹ ਆਸ ਨਹੀਂ ਹੁੰਦੀ ਵੀ ਆਪਣੇ ਸਮਾਜ ਨੂੰ ਤੋੜਨ। ਪਿੰਡਾਂ 'ਚ ਧੜੇਬਾਜ਼ੀ, ਫਿਰ ਉਹਨਾਂ ਨੂੰ ਗੁੰਮਰਾਹ ਕਰਕੇ ਰੱਖਣਾ, ਫਿਰ ਉਹਨਾਂ ਨੂੰ ਨਿੱਜੀ ਗਰਜਾਂ ਨਾਲ ਜੋੜ ਦੇਣਾ, ਅਤੇ ਫਿਰ ਥਾਣਿਆਂ ਦੀਆਂ ਚੌਧਰਾਂ ਤੱਕ ਸੀਮਿਤ ਕਰ ਦੇਣਾ, ਹਉਮੈ 'ਚ ਪਾ ਦੇਣਾ। ਇੱਦਾਂ ਦਾ ਸਿਸਟਮ ਜਿਹੜਾ ਸੀ ਉਹ ਬਣਾਤਾ, ਅਤੇ ਅੱਜ ਵੀ ਦੇਸ਼ ਉਹਦੀ ਸਜ਼ਾ ਭੁਗਤ ਰਿਹਾ। ਉਹਦੇ ਨਾਲ ਕੀ ਹੋਇਆ ਵੀ ਐਮਪਲੋਇਮੈਂਟ ਜਨਰੇਟ ਨਹੀਂ ਹੋਈ। ਖੇਤੀ ਸੀ ਜਿਹੜੀ, ਇਹਦੇ 'ਚ ਜਿਹੜੀ ਐਮਪਲੋਇਮੈਂਟ ਸੀ ਉਹ ਸਕਵੀਜ਼ ਹੁੰਦੀ ਚਲੀ ਗਈ, ਅਤੇ ਇੱਥੇ ਜੋਤਾਂ ਛੋਟੀਆਂ ਹੋ ਗਈਆਂ, ਪਰਿਵਾਰ ਟੁੱਟ ਗਏ। ਗ੍ਰੀਨ ਰੈਵੋਲੂਸ਼ਨ ਨੇ ਸਾਨੂੰ ਲੱਗਦਾ ਵੀ ਇਹਨੇ ਬਹੁਤ ਫਾਇਦਾ ਕੀਤਾ। ਮੈਂ ਸਮਝਦਾ ਇਹਨੇ ਨੁਕਸਾਨ ਕੀਤਾ। ਸਾਡੇ ਜੁਆਇੰਟ ਫੈਮਿਲੀ ਸਿਸਟਮ ਟੁੱਟ ਗਿਆ। ਪਰਿਵਾਰ ਜਿਹੜੇ ਸੀ ਵੰਡੀਆਂ ਪੈ ਕੇ, ਜ਼ਮੀਨਾਂ ਦੇ ਟੁਕੜੇ ਛੋਟੇ ਰਹਿ ਗਏ, ਅਨਇਕਨੋਮਿਕਲ ਹੋ ਗਈਆਂ। ਅਤੇ ਜਿਹੜੇ ਸਾਡੇ ਬੱਚੇ ਸੀ, ਉਹ ਪਹਿਲਾਂ ਤਾਂ ਇਹ ਇੱਕ ਦੌਰ ਇਹੋ ਜਿਹਾ ਆਇਆ, ਜਦੋਂ ਹਰੇ ਇਨਕਲਾਬ ਦੀ ਸ਼ੁਰੂਆਤ ਹੋਈ, ਸਾਡੇ ਬੱਚਿਆਂ ਨੇ ਇੱਕ ਆਮ ਅਖਾਣ ਹੋ ਗਿਆ ਵੀ ਇਹ ਤਾਂ ਗਰਦਨ 'ਚ ਕਿੱਲਾ ਹੈ, ਇਹਦੇ ਕਿੱਲੇ ਬੋਲਦੇ ਨੇ, ਪੜ੍ਹਨਾ ਨਹੀਂ। ਪੜ੍ਹਦੇ ਹੀ ਨਹੀਂ ਸੀ। ਅਤੇ ਉਹ ਪੀੜ੍ਹੀ ਇੱਕ ਬਹੁਤ ਸਾਰੀ ਅਨਪੜ੍ਹ ਅੱਧ ਪੜ੍ਹੀ ਰਹਿ ਗਈ। ਅਤੇ ਉਹ ਤੋਂ ਬਾਅਦ ਫਿਰ ਜਦੋਂ ਜ਼ਮੀਨਾਂ ਥੋੜ੍ਹੀਆਂ ਰਹਿ ਗਈਆਂ, ਉਹਨਾਂ ਦੇ ਵੱਸ ਨਹੀਂ ਸੀ, ਉਹਨਾਂ ਦੇ ਕੋਲ ਹੈ ਨਹੀਂ ਸੀ। ਇਕੋਨਮੀ ਤਾਂ ਗਵਾਈ ਲਈ ਉਹਨਾਂ ਨੇ। ਤਾਂ ਫਿਰ ਅਨਐਮਪਲੋਇਮੈਂਟ ਦਾ ਦੌਰ ਸ਼ੁਰੂ ਹੋ ਗਿਆ।
ਫਿਰ ਅੱਜ ਦੀ ਡੇਟ 'ਚ ਇਹ ਹੈ ਵੀ ਰੁਜ਼ਗਾਰ ਕਿਸੇ ਕੋਲ ਵੀ ਦੇਣ ਨੂੰ ਹੈ ਨਹੀਂ, ਨਾ ਇੰਡਸਟਰੀ ਡਿਵੈਲਪ ਕੀਤੀ, ਨਾ ਖੇਤੀ ਉਸ ਤਰ੍ਹਾਂ ਪਲਾਨ ਕੀਤੀ ਜਿਹਦੇ ਨਾਲ ਫਿਰ ਖੇਤੀ ਦੇ ਵਿੱਚੋਂ ਜਿਹੜਾ ਸੀਗਾ ਨਾ ਮੋਹ ਕਿਸਾਨ ਦੇ ਪੁੱਤਰ ਦਾ, ਉਹ ਖਤਮ ਕਰਤਾ। ਆਮ ਤੌਰ 'ਤੇ ਇਹ ਹੋ ਗਿਆ ਘਰਾਂ ਵਿੱਚ ਜੇ ਬੱਚਾ ਸਕੂਲ ਭੇਜਦਾ ਸੀ ਉਹਦੀ ਟਾਈ ਔਰ ਵਰਦੀ ਦੇਖ ਕੇ ਖੁਸ਼ ਹੋ ਜਾਂਦੇ ਵੀ ਮਾਡਲ ਸਕੂਲ 'ਚ ਪੜ੍ਹਦਾ, ਉਹਦੀ ਜਿਹੜੀ ਵਰਕ ਕਲਚਰ ਆ ਉਹ ਡਿਵੈਲਪ ਨਹੀਂ ਕਰਦੇ। ਅਸੀਂ ਜਦੋਂ ਪੜ੍ਹੇ ਉਦੋਂ ਖੇਤੀਬਾੜੀ ਵਿਸ਼ਾ ਹੁੰਦਾ ਸੀ, ਉਦੋਂ ਟੀਚਰ ਵੀ ਕਹਿੰਦੇ ਹੁੰਦੇ ਸੀ ਵੀ ਘਰ ਖੇਤ 'ਚ ਕੀ ਕਰਕੇ ਆਏ ਉਹ ਦੱਸ। ਤਾਂ ਹੁਣ ਤਾਂ ਖੇਤੀ ਦੇ ਨਾਲ ਕਿਸਾਨਾਂ ਦੇ ਬੱਚਿਆਂ ਦਾ ਕੋਈ ਲਗਾਓ ਹੀ ਨਹੀਂ, ਹੁਣ ਕੁਝ ਬਚਦਾ ਨਹੀਂ, ਹੁਣ ਉਹ ਤਾਂ ਨਹੀਂ ਕੰਮ ਕਰਦੇ। ਇੱਕ ਇਹ ਵੀ ਕਨਸੈਪਟ ਹੈਗਾ ਵੀ ਜੇ ਤੁਸੀਂ ਇਹ ਕਹੋ ਭਈ ਮੁੰਡੇ ਕੰਮ ਨਹੀਂ ਕਰਦੇ, ਜਦ ਇੱਕ ਜਵਾਨ ਖੂਨ ਹੈ ਘਰ ਬੈਠਾ ਹੈ, ਬਾਪੂ ਆਉਂਦਾ ਰੋਜ਼, ਉਹਨੂੰ ਆਪ ਖੇਤੀ 'ਚ ਕੁਝ ਬਚਦਾ ਨਹੀਂ, ਉਹ ਆ ਕੇ ਘਰ ਗੱਲਾਂ ਕਰਦਾ ਵੀ ਮੈਂ ਅੱਜ ਬੈਂਕ 'ਚ ਅੰਗੂਠਾ ਲਾ ਕੇ ਆਇਆ, ਲੋਨ ਲਿਆ, ਅੱਜ ਮੈਂ ਆੜ੍ਹਤੀ 'ਤੇ ਅੰਗੂਠਾ ਲਾ ਕੇ ਆਇਆ, ਲੋਨ ਲਿਆ, ਫਲਾਨਾ ਬਿਮਾਰ ਹੋ ਗਿਆ, ਉਹਦੀ ਬਿਮਾਰੀ ਦਾ ਖਰਚਾ ਕਿਤੋਂ ਮਿਲਦਾ ਨਹੀਂ, ਮੈਂ ਪ੍ਰਨੋਟ ਬਣਾ ਕੇ ਆਇਆ। ਉਹ ਸੁਣ ਕੇ ਨਾ ਅੰਦਰੋਂ ਅੰਦਰ ਕੁੜੀ ਜਾਂਦਾ, ਘਰੋਂ ਉੱਠ ਕੇ ਚਲਿਆ ਜਾਂਦਾ ਬਾਪੂ ਦੇ ਦੂਰ। ਫਿਰ ਬਾਹਰ ਜਾ ਕੇ ਜਿੱਥੇ ਬਹਿੰਦਾ ਉਹ ਸੁਸਾਇਟੀ ਉਹਨੂੰ ਪ੍ਰਭਾਵਿਤ ਕਰਦੀ ਹੈ। ਜੇ ਨਸ਼ੇੜੀਆਂ 'ਚ ਬਹਿ ਗਿਆ ਉੱਥੇ ਨਸ਼ੇ 'ਚ ਲੱਗ ਗਿਆ, ਜੇ ਜੁਆਰੀਆਂ 'ਚ ਬਹਿ ਗਿਆ ਉੱਥੇ ਜੂਆ ਖੇਡਣ ਲੱਗ ਗਿਆ। ਇਹਦੇ ਨਾਲ ਇੱਕ ਸਮਾਂ ਆਇਆ ਸਾਡੀ ਪੀੜ੍ਹੀ ਜਿਹੜੀ ਉਹ ਲਿਓ ਲੈ ਗਈ। ਅਤੇ ਇਹ ਮੈਂ ਇਹਨੂੰ ਪੋਲੀਟੀਕਲ ਲੀਡਰਸ਼ਿਪ ਨੂੰ ਮੈਂ ਇਹਦੇ ਲਈ ਦੋਸ਼ੀ ਠਹਿਰਾਉਣਾ। ਪੋਲੀਟੀਕਲ ਲੀਡਰਸ਼ਿਪ ਨੇ ਇਹ ਕਰ ਲਿਆ ਵੀ ਜਿਹੜੇ ਨਸ਼ੇ ਵੇਚਣ ਵਾਲੇ ਸੀ ਉਹਨਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰਤੇ, ਨਸ਼ਿਆਂ ਦੇ ਵਪਾਰ 'ਚ ਆਪ ਇਨਵੋਲਵ ਹੋ ਗਈ ਪੋਲੀਟੀਕਲ ਲੀਡਰਸ਼ਿਪ। ਤਾਂ ਲੋਕਾਂ ਨੂੰ ਮੂਰਖ ਬਣਾਉਣਾ, ਨਸ਼ੇ ਦੇ ਕੇ ਵੋਟਾਂ ਲੈਣੀਆਂ, ਤਾਂ ਇਹ ਬਹੁਤ ਕੁਝ ਹੋ ਗਿਆ। ਇਹ ਬਹੁਤ ਵੱਡਾ ਇਸ਼ੂ ਹੈ, ਰਲਗੱਡ ਜਿਹਾ ਹੋ ਗਿਆ। ਅਤੇ ਅੱਜ ਦੀ ਡੇਟ ਵਿੱਚ ਇਸ ਅੰਦੋਲਨ 'ਚ ਮੈਨੂੰ ਕਈ ਵਾਰੀ ਇਹ ਤਸੱਲੀ ਹੁੰਦੀ ਹੈ ਜਦੋਂ ਮੈਂ ਉੱਥੇ ਬੋਲ ਕੇ ਉਤਰਦਾ ਸਟੇਜ ਤੋਂ, ਕਹਿਣਾ ਬੱਚਿਓ ਡਿਸਿਪਲਿਨ 'ਚ ਰਹਿਣਾ ਹੈ ਅਤੇ ਸ਼ਾਂਤਮਈ ਰਹਿਣਾ ਹੈ। ਫਿਰ ਜਦੋਂ ਆਈਦਾ ਉਹ ਜਦੋਂ ਦੇਖੀਦਾ ਨਾ ਉਹਨੂੰ ਝਾੜੂ ਫੜ ਕੇ ਸੜਕਾਂ ਦੀ ਸਫਾਈ ਕਰਦੇ ਨੇ, ਲੰਗਰ 'ਚ ਸੇਵਾ ਕਰਦੇ ਨੇ, ਫਿਰ ਉਹ ਵਲੰਟੀਅਰ ਬਣ ਕੇ ਖੜ੍ਹੇ ਨੇ, ਟ੍ਰੈਫਿਕ ਕੰਟਰੋਲ ਕਰਦੇ ਨੇ। ਫਿਰ ਬੜਾ ਮਨ ਨੂੰ ਤਸੱਲੀ ਹੁੰਦੀ ਹੈ ਵੀ ਸਾਡੇ ਬੱਚੇ ਠੀਕ ਰਾਹ 'ਤੇ ਆ ਗਏ। ਔਰ ਹੁਣ ਅੱਜ ਦੇ ਸਮੇਂ 'ਚ ਹੁਣ ਟਾਵੀਂ ਟਿੱਲੀ ਕੋਈ ਖਬਰ ਮਿਲਦੀ ਹੈ ਵੀ ਫਲਾਨੀ ਜਗ੍ਹਾ ਬੱਚਾ ਜਿਹੜਾ ਉਹ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ, ਆਮ ਤੌਰ 'ਤੇ ਜਿਹੜੀਆਂ ਰੋਜ਼ ਖਬਰਾਂ ਹੁੰਦੀਆਂ ਸੀ ਉਹ ਬੰਦ ਹੋ ਗਈਆਂ। ਤੇ ਉੱਥੇ ਹੀ ਅਸੀਂ ਤੁਹਾਨੂੰ ਪਹਿਲਾਂ ਵੀ ਮਿਲਵਾਇਆ ਸੀਗਾ ਰਾਜੇਵਾਲ ਸਾਹਿਬ ਦੇ ਪੋਤੇ ਨਾਲ, ਗੁਰਤੇਜ ਦੇ ਨਾਲ, ਜਿੱਥੇ ਨੌਜਵਾਨੀ ਦੀ ਗੱਲ ਆਈ, ਨੌਜਵਾਨ ਪੀੜ੍ਹੀ ਦੀ ਗੱਲ ਆਈ ਤੇ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨ ਕਿਸ ਤਰੀਕੇ ਨਾਲ ਆਪਣੀ ਸ਼ਮੂਲੀਅਤ ਕਰ ਰਹੇ ਨੇ, ਇਹਦੇ ਬਾਰੇ ਜਾਣਦੇ ਹਾਂ। ਗੁਰਤੇਜ, ਅੱਜ ਦੀ ਡੇਟ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਕਿੱਥੇ ਦੇਖਦੇ ਹੋ? ਨਹੀਂ, ਨੌਜਵਾਨਾਂ ਦਾ ਰੋਲ ਕਦੇ ਵੀ ਨਿਗਲੈਕਟ ਨਹੀਂ ਕੀਤਾ ਜਾ ਸਕਦਾ ਜੀ। ਨੌਜਵਾਨ ਇਸ ਅੰਦੋਲਨ ਦਾ ਇੱਕ ਅਹਿਮ ਹਿੱਸਾ ਰਹੇ ਨੇ। ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਰੇਲਵੇ ਸਟੇਸ਼ਨਾਂ ਤੋਂ, ਉਦੋਂ ਤੋਂ ਹੀ ਉਹਨਾਂ ਨੇ ਵੱਧ ਚੜ੍ਹ ਕੇ ਪਾਰਟਿਸਿਪੇਟ ਕੀਤਾ। ਅਤੇ ਦਿੱਲੀ ਜਾਣ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਉੱਥੇ ਵੀ ਉਹਨਾਂ ਨੇ ਬਹੁਤ ਵਲੰਟੀਅਰਲੀ ਕੰਮ ਕੀਤਾ ਹੈ। ਅਤੇ ਜਿਹੜਾ ਪਿਛਲੇ ਕੁਛ ਦਿਨਾਂ ਤੋਂ ਇਹ ਮੁੱਦਾ ਜਾਂ ਇਸ਼ੂ ਕ੍ਰੀਏਟ ਕੀਤਾ ਗਿਆ ਸੀ ਸੋਸ਼ਲ ਮੀਡੀਆ 'ਤੇ ਹੀ ਸੀ, ਵੈਸੇ ਤਾਂ ਰਿਐਲਿਟੀ ਦੇ ਵਿੱਚ ਸੀ ਨਹੀਂ ਵੀ ਨੌਜਵਾਨ ਵਰਸਸ ਇਹ ਉਹ, ਤੁਹਾਨੂੰ ਪਤਾ ਹੀ ਆ। ਉਹ ਵੀ ਕੱਲ੍ਹ ਉੱਥੇ ਆਪਣੇ ਖਟਕੜ ਕਲਾਂ ਰੈਲੀ ਹੋਈ ਆ, ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਉਹਦਾ ਮੈਸੇਜ ਬਹੁਤ ਵਧੀਆ ਗਿਆ, ਪੋਜ਼ਿਟਿਵ ਮੈਸੇਜ ਗਿਆ। ਅਤੇ ਫਿਰ ਹੁਣ ਮੇਰੇ ਹਿਸਾਬ ਨਾਲ ਸਾਰੇ ਫਿਰ ਇਕੱਠੇ ਹੀ ਨੇ ਅਤੇ ਵਧੀਆ ਰੋਲ ਹੈ ਸਾਰਾ ਕੁਛ। ਤੇ ਰਾਜਵਲ ਸਾਹਿਬ, ਦੇਖਿਆ ਜਾਵੇ ਤੇ ਗੁਰਤੇਜ ਆਸਟ੍ਰੇਲੀਆ ਤੋਂ ਪੜ੍ਹਾਈ ਕਰਕੇ ਆਏ ਨੇ, ਉਹਦੇ ਵਿੱਚ ਵੀ ਤੁਹਾਡਾ ਬਹੁਤ ਜ਼ਿਆਦਾ ਹੱਥ ਰਿਹਾ ਹੈ, ਗੁਰਤੇਜ ਨੇ ਸਾਨੂੰ ਦੱਸਿਆ ਸੀਗਾ। ਲੇਕਿਨ ਜਿਸ ਵਕਤ ਉਹ ਆਸਟ੍ਰੇਲੀਆ ਤੋਂ ਵਾਪਸ ਆਏ, ਉਹਦੇ ਵਿੱਚ ਤੁਹਾਡਾ ਕਿੰਨਾ ਖੱਤ ਸੀਗਾ? ਦੇਖੋ, ਕੁਦਰਤੀ ਸੀ ਵੀ ਇਹ ਉੱਥੋਂ ਆਇਆ, ਉਹਦੇ ਬਾਅਦ ਕੋਵਿਡ ਸ਼ੁਰੂ ਹੋ ਗਿਆ। ਮੇਰੀ ਮਨ ਦੀ ਇੱਛਾ ਹੈ ਵੀ ਸਾਡੇ ਕੋਲ ਇਕੱਲਾ ਹੀ ਹੈ, ਮੇਰਾ ਇੱਕੋ ਬੇਟਾ ਹੈ, ਇੱਕੋ ਗਾਂ ਪੋਤਾ ਹੈ, ਇਹ ਉੱਥੇ ਸੈਟਲ ਹੋਣਾ ਚਾਹੁੰਦਾ ਹੈ। MBA ਇਹਨੇ ਉੱਥੋਂ ਕੀਤੀ ਹੈ। MBA ਵਿੱਚ ਉਸ ਯੂਨੀਵਰਸਿਟੀ 'ਚ ਟੋਪਰਸ 'ਚੋਂ ਹੈ, ਇਹ 3rd ਪੋਜੀਸ਼ਨ ਸੀ ਇਹਦੀ ਯੂਨੀਵਰਸਿਟੀ 'ਚੋਂ। ਅਤੇ ਇਹਨੇ ਉੱਥੇ ਵਧੀਆ ਸੈਟਲ ਹੋ ਸਕਦਾ, ਪੈਸੇ ਵੀ ਕਮਾ ਸਕਦਾ। ਪਰ ਇੱਥੇ ਕੀ ਹੋਏਗਾ? ਇੱਥੇ ਮੈਨੂੰ ਜਦੋਂ ਨਜ਼ਰ ਆਉਂਦਾ ਘਰ ਦੇ ਵਿੱਚ ਮਾਂ-ਬਾਪ ਬੈਠੇ ਨੇ, ਬੱਚੇ ਬਾਹਰ ਨੇ, ਡਾਲਰ ਭੇਜ ਦੇਣਗੇ, ਪਰ ਜਿਹੜੀ ਇੱਕ ਖਿੱਚ ਹੁੰਦੀ ਹੈ ਪੇਰੈਂਟਸ ਦੀ, ਮੇਰਾ ਬੱਚਾ ਮੇਰੇ ਸਾਹਮਣੇ, ਮੇਰੇ ਅੱਖਾਂ ਦੇ ਸਾਹਮਣੇ ਰਹੇ ਅਤੇ ਉਹ ਇੱਥੇ ਰਹਿ ਕੇ ਕੰਮ ਕਰੇ, ਭਾਵੇਂ ਸੇਵਾ ਨਾ ਵੀ ਕਰੇ, ਬੱਚਾ ਅੱਖਾਂ ਦੇ ਸਾਹਮਣੇ ਰਹੇ, ਜਿਹੜਾ ਸਕੂਨ ਮਿਲਦਾ ਨਾ ਉਹ ਪੇਰੈਂਟਸ ਨੂੰ, ਉਹ ਤੋਂ ਉਹ ਵਿਹੂਣੇ ਨੇ ਸਕੂਨ ਤੋਂ। ਅਤੇ ਮੈਨੂੰ ਲੱਗਿਆ ਵੀ ਮੇਰਾ ਪੋਤਾ ਵੀ ਬਾਹਰ ਚਲਾ ਜੂ। ਫਿਰ ਇਹ ਇੱਕ ਤਰ੍ਹਾਂ ਦਾ ਫੁੱਲ ਸਟਾਪ ਲੱਗ ਗਿਆ ਮੇਰੀ ਫੈਮਿਲੀ ਨੂੰ। ਇਹ ਉੱਥੇ ਸੈਟਲ ਹੋ ਜਾਏਗਾ, ਜਿਹੜੇ ਇਹਦੇ ਬੱਚੇ ਹੋਣਗੇ ਉੱਥੇ ਦੇ ਹੋਣਗੇ, ਉਹ ਇੱਥੇ ਨਹੀਂ ਫਿਰ ਸੈਟਲ ਹੋਣਗੇ। ਹਾਂ, ਕਿਸੇ ਵੇਲੇ ਉਹ ਇੱਥੇ ਜਿਹੜੀ ਜ਼ਮੀਨ ਜਾਇਦਾਦ ਹੈ ਇਹਨੂੰ ਵੇਚ ਕੇ ਉੱਥੇ ਲਿਜਾਣ ਵਾਸਤੇ ਤਾਂ ਆਉਣਗੇ, ਉਹਨਾਂ ਦਾ ਇੱਥੇ ਕੋਈ ਲਗਾਓ ਨਹੀਂ ਹੋਣਾ। ਮੈਨੂੰ ਇਹ ਲੱਗਦਾ ਵੀ ਸਾਡੀ ਇੱਕ ਜਿਹੜੀ ਅਨਐਮਪਲੋਇਮੈਂਟ ਹੋ ਗਈ ਜਾਂ
ਖੇਤਾਂ ਦੇ ਵਿੱਚ ਗਰੀਬੀ ਆ ਗਈ, ਉਹਨੇ ਲੋਕਾਂ ਨੂੰ ਮਜਬੂਰ ਕਰਤਾ ਇੱਥੇ ਹਾਲਾਤ 'ਚ ਵੀ ਮੁੰਡਾ ਵਿਗੜਨਾ ਚਾਹੇ 2 ਕਿੱਲੇ ਵੇਚੋ, ਇਹਨੂੰ ਬਾਹਰ ਭੇਜ ਦਿਓ। ਇਹਦੇ ਨਾਲ ਜਿਵੇਂ ਉਜਾੜਾ ਹੋ ਗਿਆ ਨਾ, ਤੇ ਮੈਨੂੰ ਲੱਗਦਾ ਪੰਜਾਬ ਨਹੀਂ ਰਹਿਣਾ। ਇਸ ਕਰਕੇ ਮੇਰੀ ਇਹ ਦਿਲੀ ਇੱਛਾ ਹੈ, ਇਹ ਕੋਵਿਡ 'ਚ ਫਸ ਗਿਆ, ਇਹ ਹੁਣ ਵੀ ਕਹਿੰਦਾ ਮੈਂ ਭੱਜਣਾ ਹੈ, ਪਰ ਮੈਂ ਇਹਨੂੰ ਇਸ ਗੱਲ ਲਈ ਬਹੁਤ ਪ੍ਰੈਸ ਕਰ ਰਿਹਾ ਵੀ ਨਹੀਂ, ਬਾਹਰ ਨਹੀਂ ਜਾਣਾ, ਸਾਡਾ ਤਾਂ ਸਭ ਕੁਝ ਤੂੰ ਹੀ ਹੈ, ਤੂੰ ਇੱਥੇ ਰਹਿਣਾ ਹੈ, ਇੱਥੇ ਕੋਈ ਕਮੀ ਨਹੀਂ, ਰੋਟੀ ਖਾਣੀ ਹੈ, ਰੋਟੀ ਵਾਹਿਗੁਰੂ ਨੇ ਦਿੱਤੀ ਹੈ, ਉੱਥੇ ਜਾ ਕੇ ਜੋ ਕਮਾਏਗਾ ਇੱਥੇ ਹੀ ਹੈਗਾ, ਇੱਥੇ ਹੋਰ ਕਰ ਲਓ ਕੰਮ। ਤੋ ਦੇਖਦੇ ਹਾਂ ਕਿਹੜਾ ਕਾਮਯਾਬ ਹੁੰਦਾ, ਦਾਦਾ ਹੁੰਦਾ ਕਿ ਪੋਤਾ ਹੁੰਦਾ। ਤੇ ਤੁਹਾਡਾ ਰਿਲੇਸ਼ਨ ਜਿਹੜਾ ਹੈ ਗੁਰਤੇਜ, ਤੁਸੀਂ ਹਮੇਸ਼ਾ ਕਹਿੰਦੇ ਆਏ ਹੋ ਕਿ ਦਾਦਾ ਪੋਤਾ ਦਾ ਘੱਟ ਹੈ ਤੇ ਯਾਰਾਂ ਦੋਸਤਾਂ ਵਾਲਾ ਜ਼ਿਆਦਾ ਆ। ਤੁਸੀਂ ਆਪਸ ਦੇ ਵਿੱਚ ਜਿਸ ਵਕਤ ਬੈਠੇ ਹੁੰਦੇ ਹੋ, ਕਿਹੋ ਜਿਹਾ ਟਾਈਮ ਸਪੈਂਡ ਕਰਨਾ ਪਸੰਦ ਹੈ ਤੁਹਾਨੂੰ ਰਾਜੇਵਾਲ ਸਾਹਿਬ ਦੇ ਨਾਲ? ਨਹੀਂ, ਸਾਡਾ ਸਾਰਾ ਫੈਮਿਲੀ ਦੇ ਵਿੱਚ ਇਦਾਂ ਕੋਈ ਇਦਾਂ ਵੀ ਹੈ ਨਹੀਂ ਆ, ਸਾਰੇ ਹੀ ਵਧੀਆ ਨੇ। ਫਾਦਰ ਸਾਹਿਬ ਨਾਲ ਵੀ ਵਧੀਆ ਰਿਲੇਸ਼ਨ ਹੈ ਜੀ ਉਹਨਾਂ ਦਾ। ਜਦੋਂ ਬਹਿਨੇ ਨਾਰਮਲ ਡਿਸਕਸ਼ਨ ਹੀ ਹੁੰਦੀਆਂ ਨੇ, ਜਿਵੇਂ ਘਰ ਦੇ ਵਿੱਚ ਹੁੰਦੀਆਂ ਨੇ, ਵੀ ਕੀ ਹੈ ਕਿ ਕੋਈ ਆ ਸੱਚ ਵੀ ਹੁਣ ਯਾਦ ਨਹੀਂ ਆ ਰਿਹਾ ਵੀ ਕੀ ਸਪੈਸੀਫਿਕਲੀ ਦੱਸਾਂ, ਬਸ ਨਾਰਮਲ ਡਿਸਕਸ਼ਨ ਹੀ ਹੁੰਦੀਆਂ ਨੇ ਵੀ ਅੱਜ ਕੀ ਕੀਤਾ, ਕੱਲ ਕੀ ਕੀਤਾ, ਕਿਵੇਂ ਸੁਧਾਰੀਆਂ, ਕੀ ਅੱਗੇ ਕਰਨਾ, ਇਹੀ ਕੁਛ ਹੀ ਹੁੰਦਾ ਜੀ। ਬਿਲਕੁਲ, ਮਤਲਬ ਲਾਈਫ ਲੈਸਨਸ ਮਿਲਦੇ ਰਹਿੰਦੇ ਆ ਹਰ ਟਾਈਮ ਤੇ, ਕਿਉਂਕਿ ਉਹ ਬਹੁਤ ਜ਼ਰੂਰੀ ਹੁੰਦੇ ਆ, ਇੱਕ ਯੰਗਸਟਰ ਵਾਸਤੇ ਬਹੁਤ ਜ਼ਰੂਰੀ ਆ ਇੱਕ ਐਕਸਪੀਰੀਅੰਸ ਮਿਲਣਾ। ਰਾਜੇਵਾਲ ਸਾਹਿਬ, ਦੇਖਿਆ ਜਾਵੇ ਤੇ ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਹੈ ਉਹਨਾਂ ਨੂੰ ਪੜ੍ਹਨਾ ਬਹੁਤ ਘੱਟ ਪਸੰਦ ਹੈ, ਉਹ ਪੜ੍ਹਨ ਦੇ ਵਿੱਚ ਜ਼ਿਆਦਾ ਰੁਚੀ ਨਹੀਂ ਰੱਖਦੇ, ਹਮੇਸ਼ਾ ਸੋਸ਼ਲ ਮੀਡੀਆ ਸਾਈਟ ਤੇ ਐਕਟਿਵ ਰਹਿੰਦੇ ਆ, ਤੇ ਤੁਸੀਂ ਹਮੇਸ਼ਾ ਤੋਂ ਹੀ ਪੜ੍ਹਨ ਦੇ ਵਿੱਚ ਤੁਹਾਡਾ ਬਹੁਤ ਰੁਝਾਵ ਰਿਹਾ ਆ। ਜੇਕਰ ਯੰਗਸਟਰਸ ਨੂੰ ਕਹਿਣਾ ਹੋਵੇ, ਕੋਈ ਮੈਸੇਜ ਦੇਣਾ ਹੋਵੇ ਕਿ ਕਿਸ ਤਰੀਕੇ ਦਾ ਆਪਣਾ ਰੁਝਾਵ ਰੱਖਣਾ ਚਾਹੀਦਾ ਹੈ ਪੜ੍ਹਨ ਵਿੱਚ? ਨੇ ਮੈਨੂੰ ਕਿਉਂਕਿ ਬਹੁਤ ਜ਼ਿਆਦਾ ਐਜੂਕੇਸ਼ਨ ਨਾਲ ਲਗਾਓ ਰਿਹਾ, ਮੈਂ ਭਗਤ ਪੂਰਨ ਸਿੰਘ ਮੇਰੇ ਪਿੰਡ ਦੇ ਸੀ, ਮੈਂ ਬਚਪਨ ਤੋਂ ਉਹਨਾਂ ਦੇ ਨੇੜੇ ਰਿਹਾ, ਮੇਰੇ ਉਹ ਰੋਲ ਮਾਡਲ ਨੇ, ਉਹ ਮੈਨੂੰ ਬਹੁਤ ਪਿਆਰ ਕਰਦੇ ਸੀ, ਕਿਉਂਕਿ ਜੋ ਪਿੰਡੋਂ ਗਏ ਮੁੜ ਕੇ ਆਏ ਨਹੀਂ ਸੀ, ਦੁਬਾਰਾ ਆਉਣ ਦਾ ਕਾਰਨ ਮੈਂ ਹੀ ਬਣਿਆ ਸੀ ਉਹਨਾਂ ਦੇ ਕੋਲ ਜਾ ਕੇ ਅੰਮ੍ਰਿਤਸਰ। ਤੋਂ ਅਸੀਂ ਉਹਨਾਂ ਦੇ ਨਾਂ 'ਤੇ ਇੱਕ ਸਕੂਲ ਚਲਾਉਂਦੇ ਹਾਂ, ਉਹ ਕਿਸੇ ਨੂੰ ਨਹੀਂ ਸੀ ਆਪਣੇ ਜਿਉਂਦੇ ਜੀ ਉਹ ਆਗਿਆ ਦਿੰਦੇ ਆਪਣਾ ਨਾਂ ਕਿਤੇ ਲਾਉਣ। ਸਾਡੇ ਪਿੰਡ ਨੂੰ ਰਿਫਿਊਜ਼ ਕਰਤਾ ਸੀ, ਮੈਂ ਗਿਆ ਸੀ, ਮੈਨੂੰ ਅਲਾਓ ਕੀਤਾ ਸੀ, ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਇਸ ਸਕੂਲ ਨੂੰ ਕਮਾਈ ਦਾ ਸਾਧਨ ਨਾ ਬਣਾਇਓ। ਅਸੀਂ ਕੋਸ਼ਿਸ਼ ਕਰਦੇ ਹਾਂ, ਸਭ ਤੋਂ ਘੱਟ ਫੀਸ ਵਾਲਾ ਸਕੂਲ ਹੈ, ਕੁਆਲਿਟੀ ਐਜੂਕੇਸ਼ਨ ਸਾਡਾ ਪੂਰਾ ਜ਼ੋਰ ਹੈ। ਇੱਕ ਤਾਂ ਇਹ ਅਸੀਂ ਕਲੇਮ ਕਰਦੇ ਹਾਂ ਵੀ ਉਸ ਸਕੂਲ ਜਿਹੜੇ ਬੱਚੇ ਪੜ੍ਹਦੇ ਨੇ ਉਹ ਨਕਲ ਨੂੰ ਨਫ਼ਰਤ ਕਰਦੇ ਨੇ, ਨਕਲ ਕਰਨਾ ਤਾਂ ਦੂਰ, ਨਫ਼ਰਤ ਕਰਦੇ ਨੇ। ਦੂਸਰਾ ਇੱਕ ਸਕੂਲ ਹੈ ਪਿੰਡ ਦੇ ਵਿੱਚ, ਇੱਥੇ ਸ਼ਹਿਰ ਵਿੱਚ ਤੁਹਾਨੂੰ ਮਿਲੇਗਾ ਇੱਕ ਕਮਰੇ ਵਿੱਚ ਸਮਾਰਟ ਕਾਰਡ ਸਿਸਟਮ ਲਵਾ ਕੇ ਕਹਿ ਦਿੰਦੇ ਨੇ ਸਾਡੇ ਸਮਾਰਟ ਕਾਰਡ ਸਿਸਟਮ ਹੈ। ਸਾਡੇ 100% ਕਮਰੇ 'ਚ ਸਮਾਰਟ ਕਾਰਡ, ਲੇਟੈਸਟ ਟੈਕਨੋਲੋਜੀ ਦੀ ਐਜੂਕੇਸ਼ਨ ਦਿੰਦੇ ਹਾਂ, ਔਰ ਨਕਲ ਦੇ ਨਾ ਹੋਣ ਦੇ ਬਾਵਜੂਦ ਸਾਡੇ ਰਿਜ਼ਲਟਸ 100% ਹੁੰਦੇ ਨੇ। ਹਰ ਸਾਲ ਕੋਈ ਨਾ ਕੋਈ ਸਕਾਲਰਸ਼ਿਪ ਲੈਂਦਾ ਹੈ। ਮੈਨੂੰ ਇੱਕ ਘਟਨਾ ਯਾਦ ਹੈ, ਮੈਂ ਉਦੋਂ ਬੜਾ ਨੇੜਿਓਂ ਵਾਚ ਕੀਤਾ ਜਿਹੜੀ ਤੁਸੀਂ ਸਵਾਲ ਕੀਤਾ। ਅਸ਼ਵਨੀ ਕੁਮਾਰ ਕੇ ਕੀ ਉਹ ਜਿਹੜੇ ਮੈਂਬਰ ਰਾਜ ਸਭਾ ਰਹੇ ਨੇ ਬੀਜੇਪੀ ਦੇ, ਉਹਨਾਂ ਨੂੰ ਮੈਂ ਸਮਰਾਲੇ ਕਾਲਜ ਦਾ ਪ੍ਰਧਾਨ ਹਾਂ, ਉੱਥੇ ਮੈਂ ਕਾਲਜ 'ਚ ਬੁਲਾਇਆ, ਦੁਪਹਿਰ ਤੋਂ ਬਾਅਦ ਫੰਕਸ਼ਨ ਸੀ, ਉਹ ਸਵੇਰੇ ਮੇਰੇ ਕੋਲ ਆ ਕੇ ਘਰੇ, ਮੈਂ ਤੇਰਾ ਸਕੂਲ ਦੇਖਣਾ। ਉਹ ਮੈਂ ਕਿਹਾ ਜੀ ਉੱਥੇ ਕਿਸੇ ਨੂੰ ਕਿਹਾ ਨਾ ਵਾਸਤਾ, ਨਹੀਂ ਮੈਂ ਕਿਸੇ ਦੇ ਕੀ ਲੈਣਾ, ਮੈਂ ਸਕੂਲ ਦੇਖਣਾ। ਮੈਂ ਕਿਹਾ ਯਾਰ ਨਹੀਂ ਉੱਥੇ ਹੈ, ਕਿਸੇ ਨੂੰ ਦੱਸਿਆ ਨਹੀਂ, ਨਹੀਂ ਮੰਨੇ, ਚਲੇ ਗਏ। ਜਾਂਦੇ ਹੀ ਮੈਂ ਦਫ਼ਤਰ 'ਚ ਬੈਠ ਗਿਆ, ਉਹ ਕਲਾਸਰੂਮ 'ਚ ਵੜ ਗਏ, ਬਹੁਤ ਦੇਰ ਨਾ ਨਿਕਲੇ, ਮੈਨੂੰ ਪ੍ਰਿੰਸੀਪਲ ਨੇ ਆ ਕੇ ਸਰ ਉਹ ਤਾਂ ਸਕੂਲ ਟੀਚਰਸ ਨੂੰ ਇੱਦਾਂ ਇਹਨੂੰ ਸਟੂਡੈਂਟਸ ਨੂੰ ਇੱਦਾਂ ਲੱਗ ਗਏ ਜਿਵੇਂ ਉਹ ਖੁਦ ਪੜ੍ਹਾਉਂਦੇ ਹੋਣ, ਤੁਸੀਂ ਦੇਖੋ ਤਾਂ ਸਹੀ ਜਾ ਕੇ। ਮੈਂ ਗਿਆ, ਚੁੱਪ ਕਰਕੇ ਜਾ ਕੇ ਪਿੱਛੇ ਖੜ੍ਹ ਗਿਆ। ਜਿਹੜੇ ਸਵਾਲ ਬੱਚੇ ਉਹਨੂੰ ਕਰ ਰਹੇ ਸੀ, ਉਹ ਸਵਾਲ ਸੁਣ ਕੇ ਮੈਂ ਦੰਗ ਰਹਿ ਗਿਆ ਵੀ ਹੈ ਸਾਡੇ ਪਿੰਡਾਂ ਦੇ ਬੱਚੇ ਏਡੇ ਟੈਲੈਂਟਡ ਨੇ, ਐਸੇ ਸਵਾਲ ਕਰਦੇ ਨੇ। ਇੱਕ ਮੈਂਬਰ ਪਾਰਲੀਮੈਂਟ ਨੂੰ ਗਧੀਗੜ ਪਾਇਆ ਉਹਨਾਂ ਨੇ। ਤੇ ਬਾਹਰ ਨਿਕਲ ਕੇ ਮੈਨੂੰ ਅਸ਼ਵਨੀ ਕੁਮਾਰ ਨੇ ਕਿਹਾ ਭਈ ਕਮਾਲ ਦਾ ਟੈਲੈਂਟ ਹੈ ਬੱਚਿਆਂ 'ਚ। ਤੋ ਮੈਂ ਇਹ ਸਮਝਦਾ ਸਾਡੇ ਬੱਚਿਆਂ ਨੂੰ ਕੋਈ ਕਮੀ ਨਹੀਂ, ਮਾਹੌਲ ਨਹੀਂ ਮਿਲਦਾ, ਇੱਕ ਗੱਲ। ਦੂਸਰੀ, ਪੇਰੈਂਟਸ ਨੂੰ ਕੋਈ ਪਰਵਾਹ ਨਹੀਂ, ਸਕੂਲ ਭੇਜ ਕੇ ਕਹਿੰਦੇ ਨੇ ਬਸ ਪੜ੍ਹਦਾ ਹੈ, ਘਰ ਆਏ ਨੂੰ ਨਹੀਂ ਪੁੱਛਣਾ ਇਹਨੂੰ ਕਾਪੀ ਚਾਹੀਦੀ ਹੈ, ਕਿਤਾਬ ਚਾਹੀਦਾ, ਕਿਸੇ ਨੇ ਟੀਚਰ ਨੇ ਕੀ ਕਿਹਾ, ਉਹਦਾ ਰੈਪਰਕਸ਼ਨਸ ਕੀ ਹੋਣਗੀਆਂ, ਇਹ ਸੋਚਣਾ ਹੀ ਨਹੀਂ। ਉਹ ਇਹ ਨਹੀਂ ਸਮਝਦੇ ਵੀ ਇਹ ਮੇਰੀ ਪ੍ਰੋਪਰਟੀ ਹੈ। ਪ੍ਰੋਪਰਟੀ ਉਹ ਸਮਝਦੇ ਨੇ ਕਾਰਾਂ, ਕੋਠੀਆਂ, ਜ਼ਮੀਨ ਨੂੰ। ਅਸਲ 'ਚ ਪ੍ਰੋਪਰਟੀ ਤੁਹਾਡਾ ਬੱਚਾ ਹੁੰਦਾ। ਜੇ ਉਹਨੂੰ ਤੁਸੀਂ ਵਧੀਆ ਮਨੁੱਖ ਬਣਾ ਦੋਗੇ ਤਾਂ ਸਾਰੀਆਂ ਚੀਜ਼ਾਂ ਪੈਦਾ ਹੋ ਜਾਣਗੀਆਂ, ਪੈਦਾ ਕਰ ਲਓ। ਜੇ ਤੁਸੀਂ ਉਹਨੂੰ ਵਧੀਆ ਮਨੁੱਖ ਨਹੀਂ ਬਣਾਉਂਦੇ, ਜੇ ਬਣਾਈਆਂ ਹੋਈਆਂ ਉਹਨਾਂ ਨੂੰ ਵੇਚ ਕੇ ਖਾ ਜਾਓ। ਤੇ ਇੱਥੇ ਹੀ ਫਰਕ ਹੈ, ਸਾਡੇ ਪਿੰਡਾਂ 'ਚ ਲੋਕੀ ਆਪਣੇ ਬੱਚੇ ਨੂੰ ਆਪਣੀ ਪ੍ਰੋਪਰਟੀ ਨਹੀਂ ਸਮਝਦੇ, ਜਦੋਂ ਧਿਆਨ ਨਹੀਂ ਦਿੰਦੇ ਫਿਰ ਉਹ ਪੜ੍ਹਦਾ ਨਹੀਂ। ਰਾਜੇਵਾਲ ਸਾਹਿਬ, ਇੱਕ ਹੋਰ ਤੁਹਾਡੇ ਸਕੂਲ ਦੇ ਵਿੱਚ ਬਹੁਤ ਚੰਗਾ ਕਨਸੈਪਟ ਹੈਗਾ ਓਨੈਸਟੀ ਸ਼ਾਪ ਦਾ, ਉਹ ਬਹੁਤ ਖੂਬਸੂਰਤੀ ਨਾਲ ਉੱਥੇ ਰੱਖਿਆ ਗਿਆ, ਉਹ ਕੀ ਆ, ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ। ਇਸ ਤਰ੍ਹਾਂ ਵੀ ਮੇਰੇ ਮਨ 'ਚ ਆਇਆ ਵੀ ਇਮਾਨਦਾਰੀ ਦੀ ਭਾਵਨਾ ਪੈਦਾ ਕਰਨ ਵਾਸਤੇ 2-3 ਚੀਜ਼ਾਂ ਮੇਰੇ ਮਨ 'ਚ ਆਈਆਂ।
ਅਸੀਂ ਸਟੇਸ਼ਨਰੀ ਖਰੀਦ ਕੇ ਉੱਥੇ ਇੱਕ ਦੁਕਾਨ ਖੋਲ੍ਹਤੀ। ਸ਼ੀਸ਼ੇ ਲੱਗੇ ਨੇ, ਉਹਦੇ ਵਿੱਚ ਕਿਤਾਬਾਂ, ਕਾਪੀਆਂ, ਸਟੇਸ਼ਨਰੀ ਸਾਰੀ ਪਈ ਹੈ। ਉਹਦੇ 'ਚ ਅਸੀਂ ਮਾਰਕੀਟ ਨਾਲੋਂ 30% 40% ਜਿੰਨਾ ਕੁ ਸਾਨੂੰ ਮਿਲਦਾ ਸੀ, ਵੀ ਉਹ ਭਗਤ ਜੀ ਦਾ ਜਿਹੜਾ ਸੀ ਸਾਡੇ 'ਤੇ ਦਬਾਅ, ਅਸੀਂ ਮੁਨਾਫਾ ਕਮਾਉਣ ਵਾਸਤੇ ਨਹੀਂ ਸੀ, ਉਹ ਉੱਥੇ ਰੱਖ ਕੇ ਰੇਟ ਲਿਸਟ ਲਾਤੀ। 2 ਬਕਸੇ ਪਏ ਨੇ, ਬੱਚੇ ਆਉਂਦੇ ਨੇ, ਉਹ ਆਪਣੇ ਚੀਜ਼ਾਂ ਲਈਆਂ, ਟੋਟਲ ਲਾਇਆ, ਪੈਸੇ ਪਾ ਕੇ, ਕੋਈ ਉਹਨਾਂ ਨੂੰ ਦੇਖਦਾ ਨਹੀਂ, ਪੈਸੇ ਪਾ ਕੇ ਆਪਣੀ ਚੀਜ਼ ਲੈ ਜਾਂਦੇ ਨੇ। ਜੇ ਪੈਸੇ ਨਹੀਂ, ਇੱਕ ਉੱਥੇ ਪੈਡ ਪਈ ਆ, ਉਹ 'ਤੇ ਰੋਲ ਨੰਬਰ, ਕਲਾਸ ਤੇ ਨਾਂ ਲਿਖ ਕੇ ਦੂਏ ਬਕਸੇ 'ਚ ਪਾ ਕੇ ਚਲੇ ਜਾਂਦੇ ਨੇ। ਹਫਤੇ ਦੇ ਅੰਦਰ ਅੰਦਰ ਉਹਨਾਂ ਨੇ ਪੈਸੇ ਪਾਉਣੇ, ਆਪਣੀ ਸਲਿੱਪ ਕੱਢ ਕੇ ਪਾੜ ਦੇਣੀ ਹੈ, ਲੈ ਜਾਣੀ ਹੈ। 8-9 ਸਾਲ ਤੋਂ ਚੱਲਦੀ ਹੈ, ਵੱਡੀ ਦੁਕਾਨ ਜਿੰਨੀ ਚੱਲਦੀ ਹੈ, ਤੇ ਉਹਦਾ ਕਦੇ ਕੋਈ ਘਾਟਾ ਨਹੀਂ ਪਿਆ। ਇੱਕ ਜਿਹੜਾ ਆਮ ਸਕੂਲਾਂ 'ਚ ਹਟ ਗਿਆ, ਜਦੋਂ ਅਸੀਂ ਪੜ੍ਹਦੇ ਸੀ, ਹਰ ਸਕੂਲ ਦੇ ਵਿੱਚ ਜਿਹੜਾ ਹੈੱਡ ਹੁੰਦਾ ਸੀ, ਉਹ ਬੱਚਿਆਂ ਨੂੰ ਲੈਕਚਰ ਦਿੰਦਾ ਹੁੰਦਾ ਸੀ ਸੋਸ਼ਲ ਵੈਲਿਊਜ਼ 'ਤੇ। ਇਹ ਹੁਣ ਸਕੂਲਾਂ 'ਚੋਂ ਹਟ ਗਈ। ਅਸੀਂ ਰਿਸੈਸ ਤੋਂ ਅਗਲਾ ਪੀਰੀਅਡ ਸਾਰੇ ਟੀਚਰਸ ਲਈ ਜ਼ਰੂਰੀ ਹੈ। ਜਿੰਨੀਆਂ ਅਖਬਾਰਾਂ ਆਉਂਦੀਆਂ ਉਹਦੇ ਵਿੱਚੋਂ ਥਾਟ ਫॉर ਟੁਡੇ ਉਹ ਬੱਚਿਆਂ ਨੂੰ ਲਿਖਾਉਣਾ, ਉਹਨੂੰ ਐਕਸਪਲੇਨ ਕਰਨਾ, ਪੂਰਾ ਪੀਰੀਅਡ ਪੜ੍ਹਾਉਣਾ ਵੀ ਹੈ ਕੀ ਲਿਖਿਆ ਹੈ ਇਹਦੇ ਵਿੱਚ, ਜਿਹੜਾ ਲਿਖਦਾ ਹੈ ਉਹਦੇ ਮਾਅਨੇ ਕੀ ਹੈ। ਫਿਰ ਵੱਡਿਆਂ ਦੀ ਇੱਜ਼ਤ ਕਿਉਂ ਕਰਨੀ ਹੈ, ਇਹਦਾ ਕੀ ਮਤਲਬ ਹੈ, ਵੱਡੇ ਛੋਟੇ ਦਾ ਫਰਕ ਕੀ ਹੈ, ਟੀਚਰ ਦਾ ਅਤੇ ਸਟੂਡੈਂਟ ਦਾ ਰਿਸ਼ਤਾ ਕੀ ਹੈ, ਇਹਦੇ 'ਤੇ ਇੱਕ ਪੀਰੀਅਡ ਪੂਰਾ। ਔਰ ਵੀਕਲੀ ਟੈਸਟ ਹੁੰਦਾ ਉਹਦਾ, ਵੀਕਲੀ ਟੈਸਟ ਹੁੰਦਾ। ਤਾਂ ਉਹ ਅਸੀਂ ਉੱਥੇ ਸਕੂਲ 'ਚ ਰੱਖਿਆ। ਤਾਂ ਜਦੋਂ ਕਿਤੇ ਕੋਈ ਪਿਛਲੇ ਦਿਨਾਂ 'ਚ ਬਹੁਤ ਰੌਲੇ ਪਏ, DC ਨੇ ਇੱਕ ਮੀਟਿੰਗ ਸੱਦ ਲਈ, ਪ੍ਰਿੰਸੀਪਲ ਰਿਕਾਰਡ ਲੈ ਕੇ ਗਈ ਮੈਨੂੰ, ਉਹਨੇ ਕਿਹਾ ਵੀ ਸਰ ਇੱਥੇ ਤਾਂ ਰੌਲਾ ਫੀਸਾਂ ਦਾ ਪੈਂਦਾ। ਮੈਂ DC ਨੂੰ ਫੋਨ ਕਰਕੇ ਕਿਹਾ ਵੀ ਮੈਨੂੰ ਦੱਸੀ ਆਪਣੇ ਜ਼ਿਲ੍ਹੇ 'ਚੋਂ ਜਿਹੜਾ ਸਭ ਤੋਂ ਘੱਟ ਫੀਸ ਲੈਂਦਾ ਸਕੂਲ, ਉਹ ਦੱਸੀ, ਅਸੀਂ ਉਹ ਤੋਂ ਵੀ ਘਟਾ ਦਾਂਗੇ। ਸਭ ਤੋਂ ਘੱਟ ਕੋਈ ਨਹੀਂ ਸੀ, ਸਾਡੀ ਸਭ ਤੋਂ ਘੱਟ ਸੀ। ਤਾਂ ਇਸ ਤਰ੍ਹਾਂ ਦਾ ਮੈਨੂੰ ਐਜੂਕੇਸ਼ਨ ਨਾਲ ਰਿਹਾ। ਮੈਂ ਮਾਲਵਾ ਕਾਲਜ 'ਚ ਪ੍ਰੈਜ਼ੀਡੈਂਟ ਹਾਂ। ਮੇਰੇ ਖਿਆਲ ਪੰਜਾਬ 'ਚ ਇੱਕੋ ਕਾਲਜ ਹੋਣਾ ਜਿੱਥੇ ਅਸੀਂ 2.5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕਾਂ ਦੇ ਬੱਚਿਆਂ ਨੂੰ ਕੋਈ ਫੀਸ ਨਹੀਂ ਲੈਂਦੇ, ਚਾਹੇ ਜੱਟ ਹੋਵੇ, ਜਨਰਲ ਕੈਟੇਗਰੀ ਦਾ ਕੋਈ ਹੋਵੇ। ਇੱਕ ਅਸੀਂ ਉੱਥੇ ਕੀਤਾ ਵੀ ਜਿੰਨੇ ਬੱਚੇ ਪੜ੍ਹਦੇ ਨੇ, ਪਿੰਡਾਂ 'ਚੋਂ ਪੜ੍ਹਦੇ ਨੇ, ਏਡੀ ਵੱਡੀ ਲਾਇਬ੍ਰੇਰੀ ਬਣਾਤੀ। ਬੱਚੇ ਨੂੰ ਦਾਖਲ ਹੁੰਦੇ ਸਾਰ ਕਹਿੰਦੇ 4 ਮਹਿੰਗੀਆਂ ਕਿਤਾਬਾਂ ਉੱਥੋਂ ਜਾ ਕੇ ਇਸ਼ੂ ਕਰਾ ਲੈ ਆਪਣੇ ਨਾਂ 'ਤੇ, ਸਾਲ ਭਰ ਰੱਖੀ, ਵਰਕਾ ਨਹੀਂ ਪਾੜਨਾ, ਉਹ 'ਤੇ ਕੁਛ ਲਿਖਣਾ ਨਹੀਂ, ਅਤੇ ਸਾਨੂੰ ਬਾਅਦ 'ਚ ਜਮ੍ਹਾਂ ਕਰਾ ਦੇਣੀ ਹੈ। 4 ਕਿਤਾਬਾਂ ਹਰੇਕ ਨੂੰ ਪੜ੍ਹਨ ਨੂੰ ਫ੍ਰੀ ਦਿੰਦੇ ਹਾਂ। ਜਿਹਦੇ ਲੜਕੀਆਂ ਨੇ ਉਹਨਾਂ ਦੀ ਫੀਸ ਪੂਰੀ ਮਾਫ ਹੈ। ਅਤੇ ਫਿਰ ਵੀ ਜੇ ਕੋਈ ਆ ਜਾਂਦਾ ਹੈ, ਆ ਕੇ ਕਹਿੰਦਾ ਜੀ ਮੇਰਾ ਬੱਚਾ ਪੜ੍ਹਨ ਵਾਲਾ ਹੈ ਅਤੇ ਮੇਰੇ ਕੋਲ ਕੁਛ ਹੈ ਨਹੀਂ ਸਮਰੱਥਾ, ਫਿਰ ਕਿਸੇ ਨੂੰ ਇੱਧਰੋਂ ਉੱਧਰੋਂ ਫੜ ਕੇ ਕਹੀਦਾ ਵੀ ਪੰਜੋਲੀ ਸਾਹਿਬ ਤੁਸੀਂ ਦੇ ਦਿਓ ਇਹਦੀ ਫੀਸ, ਫਲਾਣੇ ਤੂੰ ਦੇ ਦੇ ਇਹਦੀ ਫੀਸ, ਬੱਚਾ ਪੜ੍ਹ ਜੇ। ਅਤੇ ਬੱਚੇ ਨੂੰ ਕੋਸ਼ਿਸ਼ ਕਰੀ ਦੀ ਹੈ ਵੀ ਪਤਾ ਬਣਾ ਲੱਗੇ ਕਿੱਥੋਂ ਆ ਗਏ। ਫਿਰ ਇੱਕ ਹੋਰ ਘਟਨਾ ਉਹ ਵੀ ਅਸੀਂ, ਮੇਰੇ ਖਿਆਲ 'ਚ ਪੰਜਾਬ 'ਚ ਸਾਡੇ ਕਾਲਜ ਹੈ, ਇੱਕ ਵਾਰੀ ਕੋਈ ਕਿਸੇ ਯੂਥ ਫੈਸਟੀਵਲ ਦੀ ਤਿਆਰੀ ਹੋ ਰਹੀ ਸੀ, ਬੱਚੀਆਂ ਗਿੱਧੇ ਦੀ ਤਿਆਰੀ ਕਰਦੀਆਂ ਸੀ। ਇੱਕ ਗਰੀਬ ਪਰਿਵਾਰ ਦੀ ਬੱਚੀ ਸੀ, ਗਿੱਧਾ ਦੀ ਤਿਆਰੀ ਕਰਦੀ ਬੇਹੋਸ਼ ਹੋ ਕੇ ਡਿੱਗ ਪਈ। ਅਤੇ ਉਹਨੂੰ ਪੁੱਛਿਆ, ਜਵਾਨ ਕੁੜੀ ਗਿਰ ਪਈ, ਬਹੁਤ ਸਵਾਲ ਹੁੰਦੇ ਨੇ। ਉਹਨੂੰ ਜਿਹੜੀ ਟੀਚਰ ਸੀ ਉਹਨੇ ਪੁੱਛਿਆ ਵੀ ਤੈਨੂੰ ਕੀ ਹੋਇਆ ਬੇਟਾ, ਦੱਸੇ ਨਾ, ਬੋਲੀ ਨਾ। ਬਹੁਤ ਪੁੱਛਣ ਤੋਂ ਬਾਅਦ ਉਹਨੇ ਕਿਹਾ ਰਾਤੀ ਘਰ ਆਟਾ ਮੁੱਕਿਆ ਸੀ, ਨਾ ਕੱਲ੍ਹ ਰੋਟੀ ਖਾਧੀ ਨਾ ਅੱਜ ਖਾਧੀ। ਅਤੇ ਉਹ ਪ੍ਰੋਫੈਸਰ ਭੱਜੀ ਮੇਰੇ ਕੋਲ ਆਈ, ਮੈਂ ਦਫ਼ਤਰ 'ਚ ਬੈਠਾ ਸੀ। ਸਰ ਮੈਂ ਕਿਹਾ ਹਾਂ ਕੀ ਹੋਇਆ? ਕਹਿੰਦੀ ਉਹ ਕੁੜੀ ਨੇ ਮੈਨੂੰ ਤਾਂ ਸੁਣ ਕਰਤਾ। ਮੈਂ ਕਿਹਾ ਕੀ ਹੋਇਆ? ਕਹਿੰਦੀ ਮੈਨੂੰ ਆ ਕੇ ਉਹਨੇ ਸਾਰੀ ਕਹਾਣੀ ਸੁਣਾਈ। ਮੈਂ ਕਿਹਾ ਹੁਣ ਤੂੰ ਮੈਨੂੰ ਸੁਣ ਕਰਤਾ। ਮੈਂ ਸੋਚੀ ਪੈ ਗਿਆ ਵੀ ਕੀ ਕੀਤਾ ਜਾਏ। ਮੈਂ ਉੱਥੇ ਆਪਣੇ 4 ਸੱਜਣਾਂ ਨਾਲ ਗੱਲ ਕੀਤੀ, ਮੰਡੀ 'ਚ ਗੱਲ ਕੀਤੀ। ਮਾਲਵਾ ਕਾਲਜ 'ਚ ਲੰਗਰ ਫ੍ਰੀ ਚੱਲਦਾ ਹੈ ਸਾਰੇ ਬੱਚਿਆਂ ਲਈ, ਕੋਈ ਇੱਕ ਆਈਡੈਂਟੀਫਾਈ ਨਾ ਹੋਵੇ ਵੀ ਇਹ ਗਰੀਬ ਹੈ ਤਾਂ ਮਿਲਦਾ। ਸਾਰੇ ਬੱਚਿਆਂ ਲਈ, ਸਾਰੇ ਸਟਾਫ ਲਈ ਦੁਪਹਿਰ ਵੇਲੇ ਫ੍ਰੀ ਲੰਗਰ ਹੁੰਦਾ। ਉੱਥੇ 2 ਕਿੱਲਿਆਂ 'ਚ ਸੱਪ ਤੁਰੇ ਫਿਰਦੇ ਹੁੰਦੇ ਸੀ, ਉੱਥੇ ਅਸੀਂ ਸਬਜ਼ੀਆਂ ਪੈਦਾ ਕਰਦੇ ਹਾਂ। ਜੇ ਅਸੀਂ ਮਾਰਕੀਟ 'ਚ ਵੇਚਦੇ ਨਹੀਂ, ਲੰਗਰ ਵਾਸਤੇ ਤਾਂ ਹੁੰਦੀ ਨਹੀਂ, ਸਟਾਫ ਨੂੰ ਕਹਿੰਦਾ ਜਿਹਨੇ ਲਿਜਾਣੀ ਹੈ ਲੈ ਜਾਓ। ਇਹ ਵੀ ਯੂਨੀਕ ਕੰਮ ਹੈ ਜਿਹੜਾ ਉੱਥੇ ਅਸੀਂ ਕੀਤਾ। ਐਜੂਕੇਸ਼ਨ ਮੈਂ ਸਮਝਦਾ SGPC ਬੈਠੇ ਨੇ ਮੈਂਬਰ ਸਾਹਿਬ, ਮੈਨੂੰ ਇੱਕ ਗਿਲਾ ਹੈ, ਗੁਰੂ ਸਾਹਿਬ ਨੇ ਜਿਹੜਾ ਅਸੀਂ ਸਿੱਖ ਭੇਜੇ ਕਾਸ਼ੀ ਜੀ ਪੜ੍ਹਨ ਵਾਸਤੇ, ਉਹਨਾਂ ਨੂੰ ਆਇਆਂ ਨੂੰ ਕੀ ਕਿਹਾ ਵੀ ਤੁਸੀਂ ਸਿੱਖਾਂ ਨੂੰ ਐਜੂਕੇਸ਼ਨ ਦੇਣ ਦਾ ਕੰਮ ਕਰਨਾ ਹੈ, ਗੁਰਬਾਣੀ ਦੇ ਲੜ ਲਾਉਣਾ ਹੈ, ਗੁਰੂ ਸਾਹਿਬ ਦਾ ਰਾਹ ਦੱਸਣਾ ਔਰ ਪੜ੍ਹਾਉਣਾ ਹੈ। SGPC ਨੇ ਇਹ ਕੰਮ ਨਹੀਂ ਕੀਤਾ। ਜਿਹੜੇ ਕਾਲਜ ਖੁੱਲ੍ਹੇ ਨੇ ਉਹ ਟੌੜਾ ਸਾਹਿਬ ਦੇ ਵੇਲੇ ਖੁੱਲ੍ਹ ਗਏ, ਕੋਈ ਨਵਾਂ ਕੋਈ ਨਹੀਂ ਖੁੱਲ੍ਹਿਆ। ਉੱਥੋਂ ਬਾਅਦ ਕੋਈ ਵਿਜ਼ਨਰੀ ਲੀਡਰ, ਕੋਈ ਪ੍ਰਧਾਨ ਨਹੀਂ SGPC ਦਾ ਬਣਿਆ।
ਇਸ ਕਰਕੇ ਉੱਥੇ ਗੱਲ ਰੁਕੀ। ਉਹਨਾਂ ਦੇ ਵਿੱਚ ਵੀ ਅੱਜ ਉਹ ਕੁਝ ਨਹੀਂ ਹੈ ਜਿਹੜਾ ਉਮੀਦ ਕੀਤੀ ਜਾਂਦੀ ਹੈ। ਆਮ ਰੂਟੀਨ ਕਾਲਜ ਨੇ, ਉਹਨਾਂ ਵਾਂਗੂ ਉੱਥੇ ਪੜ੍ਹਾਈ ਹੁੰਦੀ ਹੈ। ਉਹ ਹਜੇ ਕੁਛ ਆਮ ਜਿਹੜੇ ਸਰਕਾਰੀ ਆ ਪ੍ਰਾਈਵੇਟ ਕਾਲਜ ਨੇ, ਪੈਸੇ ਬਣਾਉਣ ਦੀ ਤਕਨੀਕ ਹੁੰਦੀ ਹੈ, ਉਹ ਚੱਲਦਾ ਹੈ। ਤਾਂ ਜੇ ਕਿਤੇ ਇਹਨੂੰ ਸੀਰੀਅਸਲੀ ਲਿਆ ਹੁੰਦਾ, ਅਸੀਂ ਆਪਣੀ ਕੌਮ ਨੂੰ ਐਜੂਕੇਟ ਕਰ ਦਿੰਦੇ ਨਾ। ਤੇ ਯਹੂਦੀ ਕਿੱਥੇ ਨੇ ਜੀ? ਥੋੜ੍ਹੇ ਜਿਹੇ ਸੀਗੇ। ਅੱਜ ਦੁਨੀਆ ਦਾ ਸਾਰੀ ਇਕੋਨਮੀ ਦਾ ਵੱਡਾ ਹਿੱਸਾ ਉਹਨਾਂ ਦੇ ਹੱਥਾਂ 'ਚ ਆ, ਕਿਉਂਕਿ ਉਹ ਇੰਨਾ ਕੁਛ ਹਿਟਲਰ ਦੇ ਕਰਨ ਦੇ ਬਾਵਜੂਦ ਉਹ ਪੈਰਾਂ 'ਤੇ ਇੰਨੀ ਤੇਜ਼ੀ ਨਾਲ ਖੜ੍ਹੇ ਹੋਏ ਬਈ ਉਹਨਾਂ ਨੇ ਮਿਥ ਲਿਆ ਵੀ ਪਹਿਲਾਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਹੈ। ਸਭ ਨੂੰ ਐਜੂਕੇਸ਼ਨ ਦਿੱਤੀ। ਅੱਜ ਸਭ ਤੋਂ ਅਮੀਰ ਕਮਿਊਨਿਟੀ ਦੁਨੀਆ ਜੇ ਕੋਈ ਹੈ ਤਾਂ ਯਹੂਦੀਆਂ ਦੀ ਹੈ। ਤੋ ਅਸੀਂ ਸਿੱਖ ਛੋਟੀ ਗਿਣਤੀ 'ਚ ਹੁੰਦੇ ਹੋਏ ਵੀ ਵਿਦੇਸ਼ਾਂ 'ਚ ਤਾਂ ਜਾ ਕੇ ਸੈਟਲ ਹੋ ਗਏ। ਇੱਥੇ ਸਾਡੀ ਜਿਹੜੀ ਮਾਂ ਜਥੇਬੰਦੀ ਸੀ, ਉਹਨੇ ਐਜੂਕੇਸ਼ਨ 'ਚ ਆਪਣੇ ਬਣਦਾ ਰੋਲ ਨਿਭਾਇਆ ਨਹੀਂ। ਕੁਆਲਿਟੀ ਕਾਲਜ ਖੋਲ੍ਹ ਦੇਣਾ ਕਾਫੀ ਨਹੀਂ, ਕੁਆਲਿਟੀ 'ਤੇ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਤੋ ਇਹ ਕਮੀ ਰਹੀ ਹੈ। ਇਸ ਵਕਤ ਸਾਡੇ ਨਾਲ ਰਾਜੇਵਾਲ ਸਾਹਿਬ ਦੇ ਬੇਟੇ ਤਜਿੰਦਰ ਜੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤਜਿੰਦਰ ਜੀ, ਜਿਸ ਵਕਤ, ਕਿਉਂਕਿ ਅਸੀਂ ਜਾਣਦੇ ਹਾਂ ਤੁਸੀਂ ਵੀ ਪੜ੍ਹਾਈ ਬਹੁਤ ਜ਼ਿਆਦਾ ਕੀਤੀ ਹੈ, ਉਸ ਸਫ਼ਰ ਦੇ ਵਿੱਚ ਜਿਸ ਵਕਤ ਤੁਸੀਂ ਪੜ੍ਹ ਰਹੇ ਸੀਗੇ, ਰਾਜੇਵਾਲ ਸਾਹਿਬ ਦਾ ਉਹਦੇ ਵਿੱਚ ਕੀ ਰੋਲ ਰਿਹਾ? ਅਸੀਂ ਪਹਿਲਾਂ ਸਮਰਾਲੇ ਇੱਕ ਪਬਲਿਕ ਸਕੂਲ ਖੁੱਲ੍ਹਿਆ ਸੀਗਾ, ਸਭ ਤੋਂ ਪਹਿਲਾਂ ਨੀਲਮਾ ਮਾਡਲ ਸਕੂਲ। ਸਾਡੀ ਇਹਨਾਂ ਨੇ ਉੱਥੇ ਐਡਮਿਸ਼ਨ ਕਰਵਾਈ। ਉਹ ਤੋਂ ਬਾਅਦ 1975 ਮੈਂ ਉੱਥੇ PPS ਨਾਭੇ 'ਚ ਪੜ੍ਹਿਆ ਅਤੇ ਉੱਥੇ ਟੈਸਟ ਹੋਇਆ ਕਰਦਾ ਸੀ। ਸਕਾਲਰਸ਼ਿਪ ਮਿਲਿਆ ਮੈਨੂੰ। ਮੇਰੇ ਤੋਂ ਇੱਕ ਛੋਟਾ ਸੀ, ਉਹ ਵੀ ਸਕਾਲਰਸ਼ਿਪ ਸੀ, ਪੰਜਾਬ ਸਰਕਾਰ ਸਕਾਲਰਸ਼ਿਪ ਦਿਆ ਕਰਦੀ ਸੀ ਉਦੋਂ। ਇੱਕ ਸਾਡੇ ਤਾਇਆ ਜੀ ਦਾ ਬੇਟਾ ਸੀ, ਉਹ ਤੀਸਰੇ ਸਾਲ ਉਹਨੇ ਵੀ ਐਗਜ਼ਾਮ ਕਲੀਅਰ ਕੀਤਾ, ਉਹ ਵੀ ਉੱਥੇ ਹੀ ਪੜ੍ਹਿਆ। ਮਤਲਬ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਪੜ੍ਹਾਈ ਲਿਖਾਈ ਦੇ ਵਿੱਚ। ਉਦੋਂ ਸੁਣਿਆ ਕਰਦਿਆਂ ਹੁਣ ਜਦੋਂ ਵੱਡੇ ਹੋ ਗਏ ਕਿ ਉਦੋਂ 500 ਏਕੜ ਦਾ 500 ਰੁਪਏ ਦਾ 1 ਏਕੜ ਆ ਜਾਇਆ ਕਰਦਾ ਸੀ। ਅਤੇ ਸਾਡੀ ਤਿੰਨਾਂ ਦੀ ਫੀਸ ਉਸ ਸਮੇਂ 1 ਸਾਲ ਦੀ 7000 ਰੁਪਈਆ ਹੋਇਆ ਕਰਦੀ ਸੀ। ਸਾਡੇ ਤਾਇਆ ਜੀ ਦਾ ਬੇਟਾ ਸੀ, ਉਹਦੇ ਉਹ ਫੁੱਲ ਫੀਸ 'ਤੇ ਸੀ, ਅਸੀਂ ਦੋਨੋਂ ਭਾਈ ਅਸੀਂ ਸਕਾਲਰਸ਼ਿਪ 'ਤੇ ਸੀ। ਮਤਲਬ ਕਹਿਣ ਦਾ ਮਤਲਬ ਵੀ ਇਹਨਾਂ ਦੀ ਸੋਚ ਇਹੀ ਸੀ ਕਿ ਇੱਕ ਵਿੱਦਿਅਕ ਇਨਸਾਨ ਹੀ ਸੂਝਵਾਨ ਹੋ ਸਕਦਾ ਹੈ। ਅਤੇ ਸਾਨੂੰ ਇਹਨਾਂ ਨੇ ਪੜ੍ਹਾਇਆ। ਇਹ ਉਦੋਂ ਜੇ ਚਾਹੁੰਦੇ, ਇਹ ਤਿੰਨ ਭਰਾ ਨੇ ਸੀਗੇ, ਇੱਕ ਸਾਡੇ ਤਾਇਆ ਜੀ ਦੀ ਡੈਥ ਹੋ ਗਈ, ਉਦੋਂ ਜਿੰਨੀ ਮਰਜ਼ੀ ਜ਼ਮੀਨਾਂ ਖਰੀਦ ਲੈਂਦੇ, ਪਰ ਜਿੱਦਾਂ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਇਹਨਾਂ ਦੀ ਇਹੀ ਸੋਚ ਸੀ ਵੀ ਪ੍ਰੋਪਰਟੀ ਆਪਣੇ ਬੱਚੇ ਹੀ ਪ੍ਰੋਪਰਟੀ ਹੁੰਦੇ ਨੇ। ਤੇ ਰਾਜੇਵਾਲ ਸਾਹਿਬ, ਅੰਤ ਦੇ ਵਿੱਚ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਉਹਨਾਂ ਵਾਸਤੇ ਇੱਕ ਮੈਸੇਜ ਤੁਹਾਡਾ। ਦੇਖੋ ਜੀ, ਜੇ ਇੱਕ ਸਮਾਜਿਕ ਆਦਮੀ ਦੇ ਤੌਰ 'ਤੇ ਮੇਰੇ ਕੋਲੋਂ ਮੈਸੇਜ ਸਾਡੇ ਭਾਈਚਾਰੇ ਨੂੰ ਦੇਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਨੂੰ ਇਹੋ ਰਿਕੁਐਸਟ ਕਰਾਂਗਾ ਬਈ ਤੁਹਾਡਾ ਬੱਚਾ ਤੁਹਾਡੀ ਜਾਇਦਾਦ ਹੈ। ਕੁਛ ਨਾ ਇੱਧਰਲੀ ਉੱਧਰਲੀ ਗੱਲ ਕਰੋ। ਔਖੇ ਹੋ ਤਾਂ ਵੀ ਸਾਦਾ ਖਾ ਲਓ, ਸਾਦਾ ਪਹਿਨ ਲਓ, ਆਪਣੇ ਬੱਚੇ ਨੂੰ ਕੁਛ ਬਣਾ ਲਓ। ਜਿੱਥੇ ਤੁਹਾਨੂੰ ਇਹ ਜਦੋਂ ਕੁਛ ਬਣੇਗਾ ਉਦੋਂ ਤੱਕ ਉਹਦੀ ਪੜ੍ਹਾਈ ਨੂੰ ਦੇਖ ਕੇ, ਅੱਗੇ ਵਧਦਾ ਦੇਖ ਕੇ ਸਕੂਨ ਮਿਲੇਗਾ। ਉੱਥੇ ਜਦੋਂ ਇੱਕ ਵਧੀਆ ਇਨਸਾਨ ਬਣੇਗਾ, ਤੁਹਾਡੀ ਜ਼ਿੰਦਗੀ ਸਫਲ ਹੋ ਜਾਏਗੀ। ਉਹ ਸਮਾਜ ਲਈ ਵੀ ਇੱਕ ਅਸੈਟ ਬਣੇਗਾ, ਪਰਿਵਾਰ ਲਈ ਵੀ ਅਸੈਟ ਬਣੇਗਾ, ਅਤੇ ਤੁਸੀਂ ਕਿਸੇ ਤੋਂ ਪਿੱਛੇ ਨਹੀਂ ਰਹੋਗੇ। ਐਜੂਕੇਸ਼ਨ ਇਜ਼ ਏ ਮਸਟ। ਇੱਕ ਜਿਹੜਾ ਟੀਚਰ ਹੈ ਨਾ, ਉਹ ਇੱਕ ਵਧੀਆ ਮਿਸਤਰੀ ਹੁੰਦਾ ਜਿਹੜਾ ਇੱਥੋਂ ਇਹਨੂੰ ਖੋਲ੍ਹਦਾ ਦਿਮਾਗ ਨੂੰ, ਇਹ ਤੋਂ ਕਿਵੇਂ ਕੰਮ ਲੈਣਾ ਹੈ। ਇਹ ਕੰਮ ਕਰਦਾ, ਉਹ ਦਿਮਾਗ ਨੂੰ ਤਰਾਸ਼ਣ ਦਾ ਕੰਮ ਕਰਦਾ ਹੈ। ਜੇ ਤੁਸੀਂ ਬੱਚੇ ਦਾ ਦਿਮਾਗ ਨਾ ਤਰਾਸ਼ੋਗੇ, ਵਧੀਆ ਮਨੁੱਖ ਨਹੀਂ ਬਣੇਗਾ। ਫਿਰ ਉਹਦੇ 'ਚ ਬਹੁਤ ਸਾਰੀਆਂ ਵਿਗੜੀਆਂ ਹੋਈਆਂ ਆਦਤਾਂ, ਕੁਰੀਤੀਆਂ, ਸਭ ਕੁਝ ਆ ਜਾਏਗਾ। ਇਸ ਕਰਕੇ ਮੇਰੀ ਤਾਂ ਅਪੀਲ ਹੈ ਸਾਡੇ ਭਾਈਚਾਰੇ ਨੂੰ, ਅਸੀਂ ਪਛੜ ਗਏ ਨਾ। ਤੁਸੀਂ ਦੇਖੋ ਵਲਾਇਤ ਭੇਜਣ ਵਾਸਤੇ, ਕੈਨੇਡਾ ਭੇਜਣ ਵਾਸਤੇ, ਉੱਥੇ ਵੀ ਸਥਿਤੀ ਗੰਭੀਰ ਹੈ। ਉੱਥੇ ਵੀ ਬੱਚੇ ਸਾਡੇ ਸੈਟਲ ਨਹੀਂ ਹੋ ਰਹੇ, ਉੱਥੇ ਵੀ ਅਨਐਮਪਲੋਇਮੈਂਟ ਹੋ ਗਈ। ਤੁਸੀਂ ਇੱਥੇ ਉਹਨੂੰ ਵਧੀਆ ਮਨੁੱਖ ਬਣਾਓ, ਉਹਨੇ 100 ਆਪਸ਼ਨਸ ਆਪਣੇ ਆਪ ਸਾਹਮਣੇ ਆ ਜਾਣੀਆਂ ਨੇ, ਉਹ ਆਪਣੇ ਆਪ ਨੂੰ ਵਧੀਆ ਸੈਟਲ ਕਰ ਲਏਗਾ। ਤੇ ਇਹ ਅਸੀਂ ਅੱਜ ਤੁਹਾਡੀ ਗੱਲਬਾਤ ਕਰਵਾਈ ਰਾਜੇਵਾਲ ਸਾਹਿਬ ਦੇ ਨਾਲ। ਜਿਸ ਤਰੀਕੇ ਨਾਲ ਆਪਾਂ ਹਮੇਸ਼ਾ ਤੁਹਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਸੀਗੇ ਕਿਸਾਨੀ ਅੰਦੋਲਨ ਨੂੰ ਲੈ ਕੇ, ਲੇਕਿਨ ਅੱਜ ਅਸੀਂ ਉਹਨਾਂ ਦਾ ਥੋੜ੍ਹਾ ਜਿਹਾ ਵੱਖਰਾ ਵਰਜ਼ਨ ਤੁਹਾਨੂੰ, ਜਿਹੜਾ ਉਹਨਾਂ ਦੀ ਸਭ ਤੋਂ ਸੈਂਸਿਟਿਵ ਪੁਆਇੰਟ ਹੈਗਾ ਆ ਐਜੂਕੇਸ਼ਨ, ਉਹਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਕਿਸ ਤਰੀਕੇ ਨਾਲ ਉਹ ਐਜੂਕੇਸ਼ਨ ਨੂੰ ਸਪੋਰਟ ਕਰ ਰਹੇ ਨੇ। ਅਤੇ ਉੱਥੇ ਹੀ ਅਸੀਂ ਤੁਹਾਨੂੰ ਬਿਲਕੁਲ ਉਹਨਾਂ ਦੇ ਸਕੂਲ, ਜਿਹੜਾ ਜਿਸ ਵਿੱਚ ਓਨੈਸਟੀ ਸ਼ੌਪ ਅਤੇ ਹੋਰ ਬਹੁਤ ਵੱਖਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ, ਉੱਥੇ ਜ਼ਰੂਰ
ਵਿਜ਼ਿਟ ਕਰਵਾਵਾਂਗੇ। ਤਦ ਤੱਕ ਲਈ ਦੇਖਦੇ ਰਹੋ ਦੇਸ਼ ਪ੍ਰਦੇਸ਼ ਟੀਵੀ।